ਹੈਲੋ ਸਟੂਡੈਂਟਸ, ਵੈਲਕਮ ਇਨ ਯਦੂ ਐਜੂਕੇਸ਼ਨ। ਹਾਂਜੀ, ਯਦੂ ਐਜੂਕੇਸ਼ਨ ਦੇ ਪਲੇਟਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਸਾਡਾ ਅਗਲਾ ਚੈਪਟਰ ਕਰਦੇ ਹਾਂ ਲੈਂਗੁਏਜ ਸਕਿੱਲਸ। ਹਾਂਜੀ, ਜਿੱਦਾਂ ਸਾਨੂੰ ਪਤਾ ਕਿ ਲੈਂਗੁਏਜ ਸਕਿੱਲਸ ਕਿੰਨੀ ਹੁੰਦੀ, ਸਾਡੇ 4 ਪ੍ਰਕਾਰ ਦੀਆਂ ਹੁੰਦੀਆਂ ਨੇ। ਲਿਸਨਿੰਗ ਸਕਿੱਲ, ਸਪੀਕਿੰਗ ਸਕਿੱਲ, ਰੀਡਿੰਗ ਐਂਡ ਰਾਈਟਿੰਗ। ਠੀਕ ਹੈ, ਇਹ ਸੀਕੁਐਂਸ ਦੇ ਵਿੱਚ ਹੀ ਹੁੰਦੀਆਂ ਨੇ, LSRW। ਪਹਿਲਾਂ ਕੀ ਹੈ, ਸਟਾਰਟਿੰਗ ਦੇ ਵਿੱਚ ਜਦੋਂ ਮਤਲਬ ਸਾਡਾ ਜਨਮ ਹੁੰਦਾ, ਬਰਥ ਤੋਂ ਹੀ ਅਸੀਂ ਕੀ ਕਹਿੰਦੇ, ਪਹਿਲਾਂ ਸੁਣਨਾ ਸ਼ੁਰੂ ਕਰ ਦਿਆਂਗੇ। ਉਸ ਤੋਂ ਬਾਅਦ ਕੀ ਅਸੀਂ ਥੋੜਾ ਥੋੜਾ ਬੋਲਣਾ ਬੱਚਾ ਸ਼ੁਰੂ ਕਰ ਦਿੰਦਾ ਹੈ ਨਾ। ਉਸ ਤੋਂ ਬਾਅਦ ਰੀਡਿੰਗ ਹੁੰਦੀ, ਤੇ ਲਾਸਟ ਤੇ ਜਾ ਕੇ ਬੱਚਾ ਕੀ ਹੈਗਾ, ਰਾਈਟਿੰਗ ਸਿੱਖਦਾ ਹੈਗਾ। ਤਾਂ ਇਸ ਤਰ੍ਹਾਂ ਨਾਲ LSRW ਸਾਡਾ ਸੀਕੁਐਂਸ ਬਣਿਆ ਹੋਇਆ ਚਾਰੋਂ ਸਕਿੱਲ ਦਾ, ਤੇ ਸੀਕੁਐਂਸ ਦੇ ਵਿੱਚ ਹੀ ਅਸੀਂ ਮਤਲਬ ਜੋ ਵੀ ਹੈਗਾ ਸਿੱਖਿਆ ਜਾਂਦਾ ਹੈਗਾ। ਫਸਟ ਹੈ ਸਾਡਾ, ਦੇਖੋ ਲਿਸਨਿੰਗ ਸਕਿੱਲ। ਲਿਸਨਿੰਗ ਦੇ ਵਿੱਚ ਇਹ ਕਿਹੜੀ ਹੁੰਦੀ ਜੀ, ਸਿਮੈਂਟਿਕ ਆਸਪੈਕਟ ਹੁੰਦਾ। ਸਿਮੈਂਟਿਕ ਮਤਲਬ ਜਿਹਦੇ ਵਿੱਚ ਮੀਨਿੰਗ ਨੂੰ ਦੇਖਿਆ ਜਾਂਦਾ ਹੈ ਨਾ, ਮੀਨਿੰਗ ਨਾਲ ਰਿਲੇਟਡ ਹੁੰਦਾ ਇਹ ਵਾਲਾ। ਨੈਕਸਟ ਹੈ ਸਾਡਾ ਸਪੀਕਿੰਗ ਸਕਿੱਲ। ਸਪੀਕਿੰਗ ਸਕਿੱਲ ਹੁੰਦਾ ਸਾਡਾ ਫੋਨੈਟਿਕ ਆਸਪੈਕਟ। ਫੋਨੈਟਿਕ ਦੇ ਵਿੱਚ ਕੀ ਆ ਜਾਂਦਾ ਇਹਦਾ, ਧਵਨੀਆਤਮਕ, ਜਿਹਨੂੰ ਆਪਾਂ ਕਹਿੰਦੇ ਸਾਊਂਡ ਨਿਕਲਦਾ, ਜਿਹਦੇ ਵਿੱਚ ਸਾਊਂਡ ਪ੍ਰੋਡਿਊਸ ਹੁੰਦਾ ਹੈ ਨਾ। ਅਸੀਂ ਬੋਲਦੇ ਹਾਂ ਕੁਛ ਵੀ, ਤਾਂ ਜਿਹੜੀ ਵੀ ਧਵਨੀ ਬਾਹਰ ਨਿਕਲਦੀ ਹੈ, ਧੁਨੀਆਂ ਬਾਹਰ ਨਿਕਲਦੀਆਂ ਨੇ, ਤਾਂ ਉਹਨੂੰ ਅਸੀਂ ਸਪੀਕਿੰਗ ਸਕਿੱਲ ਨੂੰ ਕਿਹੜਾ ਬੋਲਦੇ, ਅਸੀਂ ਫੋਨੈਟਿਕ ਆਸਪੈਕਟ ਬੋਲ ਦਿੰਦੇ ਹਾਂ। ਥਰਡ ਆਈ ਸਾਡਾ ਇੱਧਰ ਰੀਡਿੰਗ ਸਕਿੱਲ। ਰੀਡਿੰਗ ਸਕਿੱਲ ਫੋਨੈਟਿਕ ਕਮ ਗ੍ਰਾਫਿਕ ਸਕਿੱਲ ਆਸਪੈਕਟ ਹੁੰਦਾ। ਠੀਕ ਹੈ, ਫੋਨੈਟਿਕ ਕਮ ਗ੍ਰਾਫਿਕ ਮਤਲਬ ਜਿਹਦੇ ਵਿੱਚ ਫੋਨੈਟਿਕ ਵੀ ਹੁੰਦਾ ਤੇ ਇਹ ਗ੍ਰਾਫਿਕਸ ਵੀ ਹੁੰਦੇ ਨੇਗੇ। ਠੀਕ ਹੈ, ਲਿਖਿਆ ਵੀ ਇਹਦੇ ਵਿੱਚ ਜਾਂਦਾ ਹੁੰਦਾ ਕਿ ਧੁਨੀਆਂ ਵੀ ਹੁੰਦੀਆਂ ਨੇ ਇਹਦੇ ਵਿੱਚ। ਤਾਂ ਇਹ ਦੋਨੋਂ ਇਹ ਸਕਿੱਲ ਇਹਨੂੰ ਆਸਪੈਕਟ ਕਿਹਾ ਜਾਂਦਾ ਹੈ। ਤੇ ਫੋਰਥ ਹੈ ਸਾਡਾ ਇਹ ਰਾਈਟਿੰਗ ਸਕਿੱਲ। ਰਾਈਟਿੰਗ ਸਕਿੱਲ ਓਨਲੀ ਗ੍ਰਾਫਿਕਸ ਨਾਲ ਸੰਬੰਧਿਤ ਹੁੰਦੀ ਹੈ। ਠੀਕ ਹੈ, ਲਿਖਣ ਨਾਲ ਸੰਬੰਧਿਤ ਹੁੰਦੀ ਹੈ, ਤਾਂ ਉਹ ਗ੍ਰਾਫਿਕਸ ਆਸਪੈਕਟ ਆ ਜਾਂਦਾ ਉਹਦੇ ਵਿੱਚ। ਅੱਗੇ ਹੁੰਦਾ ਇਹਨਾਂ ਸਕਿੱਲਸ ਨੂੰ ਕਿਹਾ ਜਾਂਦਾ ਵੀ, ਕਈਆਂ ਨੂੰ ਕਹਿੰਦੇ ਜਿਵੇਂ ਇੱਕ ਹੁੰਦੇ ਨੇ ਰਿਸੈਪਟਿਵ, ਇੱਕ ਹੁੰਦੇ ਨੇ ਪ੍ਰੋਡਕਟਿਵ। ਠੀਕ ਹੈ, ਰਿਸੈਪਟਿਵ ਜਿਹੜੀ ਚੀਜ਼ ਅਸੀਂ ਰਿਸੀਵ ਕਰ ਰਹੇ ਹਾਂ, ਪ੍ਰੋਡਕਟਿਵ ਜਿਹੜਾ ਪ੍ਰੋਡਿਊਸ ਹੋ ਰਿਹਾ ਹੈਗਾ। ਠੀਕ ਹੈ, ਤਾਂ ਚਾਰੋਂ ਸਕਿੱਲਸ ਨੂੰ ਅਲੱਗ-ਅਲੱਗ ਡਿਵਾਈਡ ਕੀਤਾ ਜਾਂਦਾ ਹੈਗਾ ਦੋ ਦੇ ਵਿੱਚ, ਕਿਹੜੇ ਰਿਸੈਪਟਿਵ ਤੇ ਪ੍ਰੋਡਕਟਿਵ। ਹਾਂਜੀ, ਰਿਸੈਪਟਿਵ ਜਿਹਨੂੰ ਅਸੀਂ ਰਿਸੀਵ ਕਰਦੇ ਹਾਂ, ਤਾਂ ਕੀ ਹੈ ਲਿਸਨਿੰਗ ਪਲੱਸ ਰੀਡਿੰਗ। ਲਿਸਨਿੰਗ ਹੁੰਦੀ ਹੈ ਇਹਦੇ ਵਿੱਚ, ਅਸੀਂ ਸੁਣ ਰਹੇ ਹਾਂ, ਸੁਣ ਕੇ ਵੀ ਕਿਸੇ ਚੀਜ਼ ਨੂੰ ਅਸੀਂ ਰਿਸੀਵ ਕਰ ਰਹੇ ਹਾਂ, ਤੇ ਅਸੀਂ ਰੀਡ ਕਰਦੇ ਹਾਂ। ਜਦੋਂ ਵੀ ਕੁਝ ਵੀ ਅਸੀਂ ਰੀਡ ਕਰ ਰਹੇ ਹਾਂ, ਤਾਂ ਰੀਡਿੰਗ ਦੇ ਦੌਰਾਨ ਵੀ ਅਸੀਂ ਕੀ ਹੈਗਾ, ਉਹਨਾਂ ਆਈਡੀਆਜ਼ ਨੂੰ, ਥੋਟਸ ਨੂੰ ਕੀ ਕਰ ਰਹੇ ਹੁੰਦੇ ਹੈਗੇ, ਅਸੀਂ ਰਿਸੀਵ ਕਰ ਰਹੇ ਹੁੰਦੇ ਹਾਂ। ਤਾਂ ਕਰਕੇ ਅਸੀਂ ਇਹਨੂੰ ਕਹਿ ਦਿੰਦੇ ਹਾਂ ਰਿਸੈਪਟਿਵ ਸਕਿੱਲਸ ਨੇ ਦੋਨੋਂ। ਅੱਗੇ ਪ੍ਰੋਡਕਟਿਵ ਸਕਿੱਲ, ਜਦੋਂ ਪ੍ਰੋਡਿਊਸ ਕੀਤਾ ਜਾਂਦਾ। ਹਾਂਜੀ, ਅਸੀਂ ਸਾਊਂਡ ਪ੍ਰੋਡਿਊਸ ਕਰਦੇ ਹਾਂ, ਕੁਝ ਵੀ ਬੋਲਦੇ ਹਾਂ, ਸਪੀਕਿੰਗ ਹੈਗੀ। ਤਾਂ ਸਪੀਕਿੰਗ ਕੀ ਹੈਗਾ, ਪ੍ਰੋਡਕਟਿਵ ਸਕਿੱਲ ਹੈ ਪਲੱਸ ਰਾਈਟਿੰਗ। ਜਦੋਂ ਵੀ ਅਸੀਂ ਲਿਖ ਰਹੇ ਹਾਂ, ਤਾਂ ਆਪਣੇ ਆਈਡੀਆਜ਼ ਨੂੰ ਐਕਸਪ੍ਰੈਸ ਕਰ ਰਹੇ ਹਾਂਗੇ, ਅਸੀਂ ਕੁਝ ਵੀ ਪ੍ਰੋਡਿਊਸ ਕਰ ਰਹੇ ਹਾਂ, ਤਾਂ ਉਹਦੇ ਵਿੱਚ ਆ ਜਾਂਦੀਆਂ ਨੇ ਦੋਨੋਂ। ਸਪੀਕਿੰਗ ਤੇ ਰਾਈਟਿੰਗ ਹੈ ਜਿਹੜੀਆਂ, ਉਹ ਪ੍ਰੋਡਕਟਿਵ ਸਕਿੱਲਸ ਦੇ ਵਿੱਚ ਆ ਜਾਂਦੀਆਂ ਨੇ। ਫਿਰ ਹੈ ਪ੍ਰਾਇਮਰੀ ਸਕਿੱਲ ਤੇ ਰੀਇਨਫੋਰਸਮੈਂਟ ਸਕਿੱਲ। ਪ੍ਰਾਇਮਰੀ ਸਕਿੱਲ ਕਿਹੜੀਆਂ ਨੇ, ਲਿਸਨਿੰਗ ਤੇ ਸਪੀਕਿੰਗ, ਇਹ ਦੋਨੋਂ ਪ੍ਰਾਇਮਰੀ ਸਕਿੱਲਸ ਨੇ ਸਾਡੀਆਂ। ਤੇ ਰੀਇਨਫੋਰਸਮੈਂਟ ਮਤਲਬ ਪੁਨਰਵਲਨ ਜਿਹੜੀਆਂ ਸਕਿੱਲਸ ਨੇਗੀਆਂ, ਕੌਸ਼ਲ ਕਿਹੜੇ ਨੇ, ਉਹ ਸਾਡੇ ਰੀਡਿੰਗ ਪਲੱਸ ਰਾਈਟਿੰਗ, ਇਹ ਦੋਨੋਂ ਸਾਡੇ ਪੁਨਰਵਲਨ ਕੌਸ਼ਲ ਨੇਗੇ, ਮਤਲਬ ਰੀਇਨਫੋਰਸਮੈਂਟ ਸਕਿੱਲਸ ਨੇਗੀਆਂ। ਹਾਂਜੀ, ਅਸੀਂ ਡਿਟੇਲ ਦੇ ਵਿੱਚ ਪੜਾਂਗੇ ਉਹਨੂੰ ਲਿਸਨਿੰਗ ਸਕਿੱਲ ਦੇ ਬਾਰੇ। ਕਹਿੰਦੇ ਲਿਸਨਿੰਗ ਸਕਿੱਲ ਜਦੋਂ ਅਸੀਂ ਸੁਣਦੇ ਹਾਂ, ਠੀਕ ਹੈ, ਸੁਣਨ ਕੌਸ਼ਲ ਜਿਹਨੂੰ ਅਸੀਂ ਕਹਿੰਦੇ ਹਾਂ। ਲਿਸਨਿੰਗ ਸਕਿੱਲ ਇਜ਼ ਐਨ ਔਰਲ ਇਨਪੁਟ, ਇਟ ਇਜ਼ ਇਨਵੋਲਵਸ ਅ ਸੈਂਡਰ ਇਨ ਇਟ। ਇੱਥੇ ਆਉਣਾ ਸੀ ਅ ਮੈਸੇਂਜਰ, ਅ ਮੈਸੇਜ ਐਂਡ ਅ ਰਿਸੀਵਰ। ਇਹਦੇ ਵਿੱਚ ਕੀ ਹੁੰਦਾ, ਕਹਿੰਦੇ ਇੱਕ ਔਰਲ ਇਨਪੁਟ ਹੈ, ਲਿਸਨਿੰਗ ਸੁਣਨ ਦੇ ਨਾਲ ਸੰਬੰਧਿਤ ਹੈ। ਠੀਕ ਹੈ, ਤਾਂ ਇੱਕ ਹੁੰਦਾ ਓਰਲ, ਓ ਦੇ ਨਾਲ, ਇੱਕ ਹੁੰਦਾ ਏ ਨਾਲ ਔਰਲ। ਜਿਹੜਾ ਤਾਂ ਓਰਲ ਹੁੰਦਾ ਏ ਵਾਲਾ, ਇਹ ਤਾਂ ਹੁੰਦਾ ਬੋਲਣ ਨਾਲ ਸੰਬੰਧਿਤ, ਸਪੀਕਿੰਗ ਨਾਲ। ਜਿਹੜਾ ਔਰਲ ਹੈਗਾ, ਇਹ ਹੁੰਦਾ ਸਾਡਾ ਸੁਣਨ ਨਾਲ ਸੰਬੰਧਿਤ, ਓਕੇ, ਲਿਸਨਿੰਗ ਦੇ ਨਾਲ ਸੰਬੰਧਿਤ ਹੈ। ਤੇ ਔਰਲ ਇਨਪੁਟ ਹੈਗਾ, ਠੀਕ ਹੈ, ਮਤਲਬ ਸੁਣਨ ਨਾਲ ਸੰਬੰਧਿਤ ਕੌਸ਼ਲ ਹੈਗਾ ਸਾਡਾ। ਇਹਦੇ ਵਿੱਚ ਕੀ ਕੀ ਇਨਵੋਲਵ ਹੁੰਦਾ, ਇਹਦੇ ਵਿੱਚ ਸੈਂਡਰ, ਇੱਕ ਮੈਸੇਜ ਹੁੰਦਾ, ਇੱਕ ਰਿਸੀਵਰ। ਇੱਕ ਤਾਂ ਮੈਸੇਜ, ਇੱਕ ਮੈਸੇਜ ਨੂੰ ਸੈਂਡ ਕਰਨ ਵਾਲਾ, ਤੇ ਇੱਕ ਰਿਸੀਵ ਕਰਨ ਵਾਲਾ, ਓਕੇ। ਸਪੀਚ, ਇਹਦੇ ਵਿੱਚ ਕੀ ਕੀ ਆ ਜਾਂਦਾ ਜੀ, ਸਪੀਚ ਆ ਜਾਂਦਾ, ਰਿਦਮ ਆ ਜਾਂਦੀ ਹੈ, ਪ੍ਰੋਨਾਂਸੀਏਸ਼ਨ ਮਤਲਬ ਉਚਾਰਨ ਜਿਹੜਾ ਸਾਡਾ, ਇੰਟੋਨੇਸ਼ਨ ਮਤਲਬ ਜਿਹੜੇ ਉਤਾਰ ਚੜਾਵ ਹੁੰਦੇ ਨੇਗੇ ਬੋਲਣ ਦੇ। ਠੀਕ ਹੈ, ਇਹ ਸਾਰਾ ਕੁਝ ਇਹਦੇ ਵਿੱਚ ਆ ਜਾਂਦਾ ਗਾ ਲਿਸਨਿੰਗ ਦੇ ਵਿੱਚ। ਲਰਨਡ ਬਾਏ ਲਿਸਨਿੰਗ ਇਨ ਐਨ ਅਪਰੋਪਰੀਏਟ ਮੈਨਰ। ਠੀਕ ਹੈ, ਇਹ ਲਿਸਨਿੰਗ ਕੋਈ ਵੀ ਜਿਹੜੀ ਐਜੂਕੇਸ਼ਨ ਅਸੀਂ ਕੁਝ ਵੀ ਮਤਲਬ ਕੀ ਕਹਿੰਦਾ ਭਾਵਾ, ਜੋ ਵੀ ਅਸੀਂ ਸਪੀਚ ਮਤਲਬ ਬੋਲਣਾ ਸਿੱਖਦੇ ਹੈਗੇ, ਉਹ ਵੀ ਤਾਂ ਅਸੀਂ ਕਿਸੇ ਨੂੰ ਪਹਿਲਾਂ ਲਿਸਨਿੰਗ ਦੇ ਥਰੂ ਹੀ ਸਿੱਖਾਂਗੇ। ਪਹਿਲਾਂ ਅਸੀਂ ਸੁਣਾਂਗੇ ਕਿਸੇ ਨੂੰ, ਫਿਰ ਹੀ ਅਸੀਂ ਆਪਣੇ ਵਰਡ ਪ੍ਰੋਡਿਊਸ ਕਰ ਪਾਵਾਂਗੇ ਨਾ। ਤਾਂ ਸਪੀਚ ਆ ਜਾਂਦੀ, ਇਹਦੇ ਵਿੱਚ ਰਿਦਮ ਵੀ ਆ ਜਾਂਦੀ ਆ, ਪ੍ਰੋਨਾਂਸੀਏਸ਼ਨ ਵਧੀਆ ਉਚਾਰਨ ਆ ਜਿਹੜਾ, ਉਹ ਵੀ ਅਸੀਂ ਸੁਣ ਕੇ ਹੀ ਚੰਗੀ ਤਰ੍ਹਾਂ ਨਾਲ ਕੀ ਹੈਗਾ ਸਿੱਖਦੇ ਹੈਗੇ। ਇੰਟੋਨੇਸ਼ਨ, ਅਸੀਂ ਬੋਲੀ ਦੇ ਵਿੱਚ, ਸਾਡੀ ਭਾਸ਼ਾ ਦੇ ਵਿੱਚ ਕਿਸ ਤਰ੍ਹਾਂ ਦੇ ਉਤਾਰ ਚੜਾਵ ਨੇ, ਲਾਊਡ ਕਦੋਂ ਬੋਲਣਾ ਗਾ ਹੈ ਨਾ, ਕਦੋਂ ਰਾਈਜ਼ਿੰਗ ਹੋਣੀ ਚਾਹੀਦੀ ਹੈ, ਉਹ ਕਦੋਂ ਮਤਲਬ ਫੋਲਿੰਗ ਹੋਣੀ ਚਾਹੀਦੀ, ਰੇਂਜ ਹੈ ਜਿਹੜੀ, ਇਹ ਸਭ ਕੁਝ ਅਸੀਂ ਕਿਵੇਂ ਸਿੱਖਦੇ ਹਾਂਗੇ, ਕਹਿੰਦੇ ਅਸੀਂ ਇੱਕ ਵਧੀਆ ਮੈਨਰ ਦੇ ਵਿੱਚ ਸਿੱਖ ਲੈਂਦੇ ਹਾਂਗੇ। ਕਿਹਦੇ ਥਰੂ ਸਿੱਖਦੇ ਹਾਂ ਜੀ, ਅਸੀਂ ਲਿਸਨਿੰਗ ਦੇ ਥਰੂ ਸਿੱਖਦੇ ਹਾਂ। ਅੱਗੇ
ਲਿਸਨਿੰਗ ਕਿਹੜੀ ਹੁੰਦੀ ਹੈ, ਇੱਕ ਹੁੰਦੀ ਹੈ ਕਿ ਇੰਟਰੈਕਟਿਵ, ਇੱਕ ਹੁੰਦੀ ਹੈ ਨਾਨ ਇੰਟਰੈਕਟਿਵ। ਓਕੇ, ਇੰਟਰੈਕਟਿਵ ਦੇ ਵਿੱਚ ਕਿਹੜੇ ਹੁੰਦੇ, ਹੁਣ ਆਪਾਂ ਦੇਖਦੇ ਹਾਂ ਕਿ ਇੰਟਰੈਕਸ਼ਨ ਹੋ ਰਿਹਾ ਜਿਹਦੇ ਵਿੱਚ ਫੇਸ ਟੂ ਫੇਸ ਕਨਵਰਜੇਸ਼ਨ ਹੋ ਰਹੀ ਹੈ ਸਾਡੀ, ਹੈ ਨਾ, ਉਹਨੂੰ ਅਸੀਂ ਬੋਲਾਂਗੇ ਵੀ ਇਹ ਇੰਟਰੈਕਟਿਵ ਹੈਗੀ। ਇਹਦੇ ਵਿੱਚ ਜਿੱਦਾਂ ਕਿ ਕੁਛ ਆ ਜਾਂਦਾ ਟੈਲੀਫੋਨਿੰਗ ਕਨਵਰਜੇਸ਼ਨ। ਹੁਣ ਟੈਲੀਫੋਨ ਦੇ ਐਗਜ਼ਾਮਪਲ ਦੇ ਤੌਰ ਤੇ ਅਸੀਂ ਵੇਖਦੇ ਹਾਂ, ਅਸੀਂ ਟੈਲੀਫੋਨ ਲਗਾਇਆ ਤਾਂ ਇੱਕ ਜਣਾ ਬੋਲ ਰਿਹਾ ਤਾਂ ਦੂਸਰਾ ਸਾਹਮਣੇ ਵਾਲਾ ਸੁਣ ਰਿਹਾ ਹੈਗਾ, ਇਹਦਾ ਮਤਲਬ ਕੀ ਹੈਗਾ, ਸਾਡੀ ਕਨਵਰਜੇਸ਼ਨ ਹੋ ਰਹੀ ਹੈ, ਇੰਟਰੈਕਸ਼ਨ ਹੈਗੀ ਹੈ ਨਾ। ਤਾਂ ਇਹਦੇ ਵਿੱਚ ਕੀ ਹੁੰਦਾ ਗਾ, ਇਹਦੇ ਵਿੱਚ ਕੀ ਚੀਜ਼ ਆ ਜਾਂਦੀ, ਇਹਦੇ ਵਿੱਚ ਕਹਿੰਦੇ ਮੋਰ ਪੋਸੀਬਿਲਿਟੀ ਆਫ ਕਲੈਰੀਫਿਕੇਸ਼ਨ ਦੀ ਕੀ ਹੈਗੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਆ, ਕਿਉਂਕਿ ਜੇ ਸਾਨੂੰ ਨਹੀਂ ਵੀ ਸਮਝ ਆਇਆ ਤਾਂ ਅਸੀਂ ਦੁਬਾਰਾ ਰਿਪੀਟ ਕਰਵਾ ਲੈਂਦੇ ਹਾਂ, ਹੈ ਨਾ, ਦੁਬਾਰਾ ਪੁੱਛ ਲੈਂਦੇ ਹੈਗੇ ਗੱਲ ਨੂੰ, ਤਾਂ ਕਲੈਰੀਫਾਈ ਕਰ ਲੈਂਦੇ ਆਪਣੀ ਗੱਲ ਨੂੰ। ਇਟ ਮੀਨਸ ਕੀ ਹੈ, ਜ਼ਿਆਦਾ ਪੋਸੀਬਿਲਿਟੀ ਹੁੰਦੀ ਹੈ ਕਲੈਰੀਫਿਕੇਸ਼ਨ ਦੀ। ਟੂ ਵੇ ਕਨਵਰਜੇਸ਼ਨ, ਇਹ ਜਿਹੜੀ ਕਨਵਰਜੇਸ਼ਨ ਹੁੰਦੀ ਸਾਡੀ ਟੂ ਵੇ ਹੁੰਦੀ ਆ, ਇਹ ਨਹੀਂ ਹੈਗਾ ਕਿ ਇੱਕ ਜਣਾ ਬੋਲੀ ਜਾ ਰਿਹਾ ਦੂਸਰਾ ਸਿਰਫ ਸੁਣ ਰਿਹਾ ਹੈਗਾ, ਹੈ ਨਾ, ਪੈਸਿਵ ਨਹੀਂ ਹੁੰਦਾ, ਦੋਨੋਂ ਜਣੇ ਐਕਟਿਵ ਰਹਿ ਕੇ ਕਨਵਰਜੇਸ਼ਨ ਕਰਦੇ ਨੇ, ਬੋਲਣ ਵਾਲਾ ਰਿਸੀਵਰ ਵੀ ਤੇ ਸੈਂਡਰ ਵੀ, ਤਾਂ ਕਰਕੇ ਇਹਨੂੰ ਅਸੀਂ ਕਹਿੰਦੇ ਕਿ ਇਹ ਟੂ ਵੇ ਕਨਵਰਜੇਸ਼ਨ ਹੁੰਦੀ ਹੈ। ਓਕੇ, ਇੱਕ ਹੁੰਦੇ ਸਾਡੇ ਨਾਨ ਇੰਟਰੈਕਟਿਵ ਲਿਸਨਿੰਗ। ਨਾਨ ਇੰਟਰੈਕਟਿਵ ਕਿਹੜੀ ਹੁੰਦੀ ਹੈ, ਜਦੋਂ ਇੱਕ ਜਣਾ ਬੋਲ ਰਿਹਾ ਹੈਗਾ ਮਤਲਬ ਉਹਨੂੰ ਦੂਸਰਾ ਐਟ ਏ ਟਾਈਮ ਨਹੀਂ ਸੁਣ ਰਿਹਾ ਹੈਗਾ, ਹੈ ਨਾ, ਤਾਂ ਉਹ ਹੁੰਦੀ ਹੈ ਨਾਨ ਇੰਟਰੈਕਟਿਵ। ਵਨ ਵੇ ਕਨਵਰਜੇਸ਼ਨ, ਇਹਦੀ ਐਗਜ਼ਾਮ ਠੀਕ ਹੈ, ਮਤਲਬ ਕੀ ਹੁੰਦੀ ਹੈਗੀ, ਇਹ ਵਨ ਵੇ ਹੁੰਦੀ ਹੈ ਜਿਹੜੀ ਕਨਵਰਜੇਸ਼ਨ ਹੁੰਦੀ ਹੈ, ਇੱਕ ਜਣਾ ਬੋਲ ਰਿਹਾ ਦੂਸਰਾ ਬਾਅਦ ਵਿੱਚ ਸੁਣੇਗਾ ਉਹਨੂੰ, ਠੀਕ ਹੈ, ਇਹ ਨਹੀਂ ਹੈਗਾ ਕਿ ਲਾਈਵ ਸੁਣ ਰਿਹਾ। ਮਤਲਬ ਲੈਕ ਆਫ ਕਲੈਰੀਫਿਕੇਸ਼ਨ, ਇਹਦੇ ਵਿੱਚ ਕਲੈਰੀਫਿਕੇਸ਼ਨ ਦੀ ਘਾਟ ਹੁੰਦੀ ਹੈ। ਐਗਜ਼ਾਮਪਲ ਕੀ ਹੈ ਇਹਦੀ, ਜਿਵੇਂ ਕਿ ਟੀਵੀ ਹੁੰਦੇ ਨੇ, ਰੇਡੀਓ ਹੁੰਦੇ ਨੇ, ਰੇਡੀਓ ਪ੍ਰਸਾਰਣ ਚੱਲ ਰਿਹਾ ਜਾਂ ਟੀਵੀ ਤੇ ਕੋਈ ਵੀ ਸ਼ੋਅ ਚੱਲ ਰਿਹਾ, ਕੁਝ ਵੀ ਹੈਗਾ, ਹੈ ਨਾ, ਤਾਂ ਜਦੋਂ ਉਹਨਾਂ ਦੀ ਵਾਰਤਾਲਾਪ ਅਸੀਂ ਸੁਣ ਰਹੇ ਹੁੰਦੇ ਆ ਤਾਂ ਉਹ ਕੀ ਹੁੰਦੀ ਹੈ ਕਿ ਵਨ ਵੇ ਹੁੰਦੀ ਆ, ਕਿਉਂਕਿ ਪਹਿਲਾਂ ਰਿਕਾਰਡ ਕੀਤੀ ਵੀ ਹੁੰਦੀ ਹੈਗੀ। ਤਾਂ ਜਿੱਦਾਂ ਐਗਜ਼ਾਮਪਲ ਹੈਗੀ ਇੰਟਰੈਕਟਿਵ ਦੇ ਵਿੱਚ ਕੀ ਹੈਗੀ, ਜਿਹੜੀ ਆਪਾਂ ਆਫਲਾਈਨ ਕਲਾਸਿਸ ਲਗਾਉਂਦੇ ਹੈਗੇ ਸਕੂਲ ਦੇ ਤੌਰ ਤੇ ਦੇਖਿਆ ਜਾਵੇ ਤਾਂ ਬੱਚੇ ਸਕੂਲ ਦੇ ਵਿੱਚ ਹੁੰਦੇ ਨੇਗੇ, ਟੀਚਰ ਤੇ ਸਟੂਡੈਂਟ ਹੁੰਦੇ ਨੇ ਜਿਹੜੇ, ਉਹ ਆਪਸ 'ਚ ਫੇਸ ਟੂ ਫੇਸ ਕਨਵਰਜੇਸ਼ਨ ਕਰ ਰਹੇ ਹੁੰਦੇ ਨੇ। ਤਾਂ ਨਾਨ ਇੰਟਰੈਕਟਿਵ ਦੇ ਵਿੱਚ ਅਸੀਂ ਕਹਿ ਸਕਦੇ ਜਿੱਦਾਂ ਰਿਕਾਰਡਡ ਕਲਾਸਿਸ ਮਿਲ ਜਾਂਦੀਆਂ ਨੇ ਸਾਨੂੰ, ਉਹ ਨਾਨ ਇੰਟਰੈਕਟਿਵ ਹੁੰਦੀਆਂ ਨੇ, ਉਹਦੇ ਵਿੱਚ ਸਾਡਾ ਇੰਟਰੈਕਸ਼ਨ ਨਹੀਂ ਹੁੰਦਾ ਹੈਗਾ ਦੋਵਾਂ ਦਾ। ਓਕੇ, ਹਾਂਜੀ, ਅੱਗੇ ਇੰਟੈਂਸਿਵ ਲਿਸਨਿੰਗ। ਇੱਕ ਹੁੰਦੀ ਇੰਟੈਂਸਿਵ, ਇੱਕ ਹੁੰਦੀ ਹੈਗੀ ਐਕਸਟੈਂਸਿਵ, ਠੀਕ ਹੈ। ਇੰਟੈਂਸਿਵ ਹੁੰਦੇ ਜਿਹੜੀ ਕਿਸੇ ਖਾਸ ਪਰਟੀਕੂਲਰ ਅਸੀਂ ਪਰਪਸ ਨੂੰ ਲੈ ਕੇ ਪੜ੍ਹਦੇ ਹਾਂ, ਸੁਣਦੇ ਹਾਂ, ਕੋਈ ਵੀ ਟੌਪਿਕ ਸੁਣਿਆ ਜਾਂਦਾ ਗਾ ਜਿਹੜਾ ਖਾਸ ਸਾਡਾ ਮਕਸਦ ਹੁੰਦਾ ਗਾ, ਠੀਕ ਹੈ। ਤੇ ਐਕਸਟੈਂਸਿਵ ਨੂੰ ਜਿਹੜਾ ਦੇਖਦੇ ਹਾਂਗੇ ਅਸੀਂ ਜਸਟ ਉੱਪਰੋਂ ਜਿਵੇਂ ਇੱਕ ਤਰ੍ਹਾਂ ਨਾਲ ਇੱਕ ਸੈਂਟਰਲ ਆਈਡੀਆ ਮੇਨ ਆਈਡੀਆ ਕੱਢਣ ਲਈ ਪੜ੍ਹਿਆ ਜਾਂਦਾ, ਸੁਣਿਆ ਜਾਂਦਾ, ਜਿਹੜਾ ਉਹ ਹੁੰਦਾ। ਤਾਂ ਦੇਖੋ ਜੀ, ਇੰਟੈਂਸਿਵ ਲਿਸਨਿੰਗ ਫॉर ਅ ਪਰਟੀਕੂਲਰ ਪਰਪਸ ਟੌਪਿਕ, ਕਹਿੰਦੇ ਕਿਸੇ ਪਰਟੀਕੂਲਰ ਪਰਪਸ ਦੇ ਲਈ ਜਾਂ ਕਿਸੇ ਵੀ ਮਤਲਬ ਵਿਸ਼ੇਸ਼ ਖਾਸ ਟੌਪਿਕ ਦੇ ਲਈ ਜਿਹੜੀ ਅਸੀਂ ਲਿਸਨਿੰਗ ਕਰਦੇ ਆਂਗੇ ਤਾਂ ਉਹਨੂੰ ਅਸੀਂ ਬੋਲਦੇ ਹਾਂ ਇੰਟੈਂਸਿਵ ਹੁੰਦੀ ਆ। ਐਗਜ਼ਾਮਪਲ ਜਿੱਦਾਂ ਟੈਂਸ ਹੋ ਗਏ, ਨਰੇਸ਼ਨ ਹੋ ਗਏ। ਤਾਂ ਹੁਣ ਅਸੀਂ ਟੈਂਸ ਜੇ ਪੜ੍ਹਨ ਲੱਗੇ ਇਹ ਤਾਂ ਹੈ ਨਹੀਂ ਕਿ ਟੈਂਸਿਸ ਨੂੰ ਅਸੀਂ ਉੱਤੋਂ ਪੜ੍ਹ ਜਾਂਗੇ, ਨਰੇਸ਼ਨ ਨੇ, ਐਕਟਿਵ ਪੈਸਿਵ ਨੇ, ਤਾਂ ਜਿਹੜੀ ਗ੍ਰਾਮਰ ਹੈ ਜਿੱਦਾਂ ਅਸੀਂ ਇਹਨੂੰ ਉੱਪਰੋਂ ਪੜ੍ਹ ਜਾਂਗੇ ਤਾਂ ਸਾਨੂੰ ਸਾਰੀ ਆਉਣ ਲੱਗ ਜੂ। ਤਾਂ ਇਹਦੇ ਲਈ ਤਾਂ ਇੰਟੈਂਸ ਹੋ ਕੇ ਪੜ੍ਹਨਾ ਪੈਂਦਾ ਗਾ ਨਾ, ਤਾਂ ਇੱਕ ਵੀ ਰੂਲ ਜੇ ਸਾਡਾ ਛੁੱਟ ਜਾਂਦਾ ਗਾ ਤਾਂ ਸਾਡਾ ਸੈਂਟੈਂਸ ਗਲਤ ਹੋਣ ਦੇ ਪੂਰੇ ਚਾਂਸਸ ਨੇ। ਇਹਦਾ ਮਤਲਬ ਕਿ ਟੈਂਸ ਅਸੀਂ ਸਿੱਖਣ ਲੱਗਿਆ ਤਾਂ ਅਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਕੀ ਹੈਗਾ ਸਾਰਾ ਹੈਗਾ ਉਹਨੂੰ ਕਵਰ ਕਰਾਂਗੇ, ਇੰਟੈਂਸਿਵਲੀ ਸੁਣਾਂਗੇ, ਠੀਕ ਹੈ। ਤਾਂ ਐਕਸਟੈਂਸਿਵ ਦੇ ਵਿੱਚ ਕੀ ਹੈਗਾ, ਜਿਵੇਂ ਮੋਟਾ ਆਪਾਂ ਇਕੱਲਾ ਉਹਦਾ ਸੈਂਟਰਲ ਆਈਡੀਆ ਵੇਖਿਆ, ਜਿੱਦਾਂ ਗੈਟਿੰਗ ਦਾ ਮੇਨ ਆਈਡੀਆ ਔਰ ਜਸਟ ਔਰ ਸੈਂਟਰਲ ਆਈਡੀਆ, ਠੀਕ ਹੈ। ਉਹਦੇ ਵਿੱਚ ਕੀ ਹੁੰਦਾ ਗਾ, ਕਹਿੰਦੇ ਜਾਂ ਮੇਨ ਆਈਡੀਆ ਦੇਖਣਾ ਗਾ, ਉਹਦਾ ਮਤਲਬ ਕਿ ਜਿਹੜਾ ਸਾਰਾਂਸ਼ ਦੇਖਣਾ ਅਸੀਂ ਨੇ ਵਿੱਚੋਂ ਕਿ ਸੈਂਟਰਲ ਆਈਡੀਆ ਕੀ ਨਿਕਲੇਗਾ। ਜਿਵੇਂ ਕਿ ਪੋਇਮ ਹੈਗੀ, ਪੋਇਮ ਨੂੰ ਅਸੀਂ ਇੱਕ ਵਾਰ ਸੁਣਦੇ ਹੈਗੇ ਬਟ ਉਹਦੇ ਵਿੱਚ ਅਸੀਂ ਕੀ ਜ਼ਿਆਦਾਤਰ ਕਿਹਦੇ ਵੱਲ ਫੋਕਸ ਕਿੱਥੇ ਹੁੰਦਾ, ਸਾਡਾ ਮੇਨ ਆਈਡੀਆ ਤੇ ਹੁੰਦਾ ਨਾ, ਸੈਂਟਰਲ ਆਈਡੀਆ ਤੇ ਸਾਡਾ ਧਿਆਨ ਹੁੰਦਾ ਉਹਦੇ ਵਿੱਚ। ਤਾਂ ਇਹ ਤਾਂ ਹੈ ਨਹੀਂ ਕਿ ਭਾਵੇਂ ਸਾਨੂੰ ਕੱਲੀ ਲਾਈਨ ਹੈ ਜਿਹੜੀ ਉਹ ਅਸੀਂ ਸਾਰੀਆਂ ਯਾਦ ਕਰਾਂਗੇ, ਉਹਦੇ ਵਿੱਚ ਤਾਂ ਇਹ ਦੇਖਣਾ ਗਾ ਕਿ ਗੱਲ ਕੀ ਨਿਕਲ ਕੇ ਆ ਰਹੀ ਹੈ, ਹੈ ਨਾ, ਟੋਟਲ ਦਾ ਸਾਰ ਕੀ ਨਿਕਲ ਕੇ ਆ ਰਿਹਾ। ਤਾਂ ਉਹਦੇ ਵਿੱਚ ਉਹ ਕੀ ਹੁੰਦੀ ਸਾਡੀ ਐਕਸਟੈਂਸਿਵ ਲਿਸਨਿੰਗ ਹੁੰਦੀ ਆ। ਹਾਂਜੀ, ਅੱਗੇ ਲਿਸਨਰਸ ਹੁੰਦੇ ਨੇ ਜਿਹੜੇ, ਉਹ ਕਿੰਨੇ ਪ੍ਰਕਾਰ ਦੇ ਹੈਗੇ। ਇੱਕ ਤਾਂ ਹੁੰਦਾ ਕੈਜੂਅਲ ਲਿਸਨਰ, ਕਹਿੰਦੇ ਲਿਸਨਰ ਇਜ਼ ਨਾਟ ਵੈਰੀ ਇੰਟੈਂਟਿਵ, ਦੋ ਵਾਰੀ ਹੈਗਾ, ਲਿਸਨਰ ਇਜ਼ ਨਾਟ ਵੈਰੀ ਅਟੈਂਟਿਵ, ਕਹਿੰਦੇ ਜਿਹੜਾ ਇਹਦੇ ਵਿੱਚ ਕੈਜੂਅਲ ਹੁੰਦਾ ਗਾ ਉਹ ਜ਼ਿਆਦਾ ਮਤਲਬ ਕਿ ਸੁਣਨ ਦੇ ਮਤਲਬ ਇੱਕ ਤਰ੍ਹਾਂ ਕਹਿ ਦਈਏ ਇੰਟਰਸਟਿੰਗ ਨਹੀਂ ਹੁੰਦਾ, ਹੈ ਨਾ, ਮਤਲਬ ਉੱਤੋਂ ਸੁਣ ਲਿਆ ਜਾਂ ਉਹਨੂੰ ਕੋਈ ਇੰਟਰਸਟਿੰਗ ਇਹਦੇ ਵਿੱਚ ਨਹੀਂ ਹੁੰਦਾ ਕਿ ਧਿਆਨ ਨਾਲ ਨਹੀਂ ਸੁਣਦਾ ਹੈਗਾ, ਜਿਹੜਾ ਉਹ ਹੁੰਦੇ ਨੇ ਕੈਜੂਅਲ ਲਿਸਨਰ। ਇੱਕ ਹੁੰਦੇ ਨੇ ਫੋਕਸਡ ਲਿਸਨਰ, ਹੁਣ ਆਪਾਂ ਨੂੰ ਫੋਕਸ ਤੋਂ ਹੀ ਪਤਾ ਲੱਗੇਗਾ ਜਿਨ੍ਹਾਂ ਦਾ ਫੋਕਸ ਹੁੰਦਾ ਗਾ ਸੁਣਨ ਤੇ, ਠੀਕ ਹੈ, ਉਹ ਵਾਲੇ ਲਿਸਨਰ ਨੂੰ ਅਸੀਂ ਕਹਿੰਦੇ ਹਾਂਗੇ ਫੋਕਸਡ। ਜਿਵੇਂ ਵਟ ਐਵਰ ਟੀਚਰ ਇਜ਼ ਸੇਇੰਗ ਹੀ ਔਰ ਸ਼ੀ ਇਜ਼ ਲਿਸਨਿੰਗ ਵੈਰੀ ਅਟੈਂਟਿਵਲੀ। ਓਕੇ, ਟੀਚਰ ਜੋ ਵੀ ਕਹਿ ਰਿਹਾ ਹੈਗਾ ਕਹਿੰਦੇ ਉਹਨੂੰ ਕੀ ਹੈਗਾ ਉਹ ਬਹੁਤ ਹੀ ਧਿਆਨ ਨਾਲ ਜਿਹੜਾ ਸੁਣ ਰਿਹਾ ਹੈਗਾ ਲਿਸਨਰ, ਉਹਨੂੰ ਅਸੀਂ ਬੋਲਦੇ ਹਾਂ ਫੋਕਸਡ ਲਿਸਨਰ। ਓਕੇ, ਅੱਗੇ ਹੀ ਏਮਸ ਆਫ ਲਿਸਨਿੰਗ ਸਕਿੱਲ, ਲਿਸਨਿੰਗ ਸਕਿੱਲ ਦੇ ਕਿਹੜੇ ਏਮਸ ਹੁੰਦੇ ਨੇਗੇ, ਠੀਕ ਹੈ, ਕਿਹੜੇ ਉਦੇਸ਼ ਨੇ, ਆਬਜੈਕਟਿਵਸ ਨੇ। ਪਹਿਲਾ ਦੇਖੋ, ਟੂ ਮੇਕ ਸਟੂਡੈਂਟਸ ਕੈਪੇਬਲ ਆਫ ਕਰੈਕਟਲੀ ਇਮੀਟੇਟਿੰਗ ਦਾ ਵਰਡਸ ਸਪੋਕਨ ਬਾਏ ਅਦਰਸ। ਓਕੇ, ਬੱਚਿਆਂ ਨੂੰ ਕੀ ਚੀਜ਼ ਦੇ ਯੋਗ ਬਣਾਉਣਾ ਸੀ ਨੇ ਕਿ ਜਿਹੜੀ ਚੀਜ਼ ਨੂੰ ਦੂਸਰੇ ਬੋਲ ਰਹੇ ਨੇ, ਜਿਹੜੇ ਸ਼ਬਦਾਂ ਨੂੰ ਦੂਸਰੇ ਜਿਹੜੇ ਹੈਗੇ ਨੇ ਪ੍ਰੋਨਾਉਂਸ ਕਰ ਰਹੇ ਨੇਗੇ, ਬੋਲ ਰਹੇ ਨੇ, ਤਾਂ ਉਹਨਾਂ ਨੂੰ ਉਹ ਕੀ ਕਰ ਲੈਣਾ,
ਕਰੈਕਟਲੀ मतलब कि ਇਮੀਟੇਟ ਕਰਨ, ਉਹਨਾਂ ਦਾ ਅਨੁਕਰਨ ਕਰਨ ਸਹੀ ਸਹੀ। ਲਿਸਨਿੰਗ ਦਾ ਮਤਲਬ ਇਹ ਹੁੰਦਾ ਉਹਨਾਂ ਨੂੰ ਉਹ ਚੀਜ਼ ਸਿਖਾਉਣੀ ਹੈਗੀ ਜਿਹੜੀ ਉਹਨਾਂ ਨੂੰ ਨਹੀਂ ਬੋਲਣੀ ਆ ਰਹੀ ਹੈਗੀ ਹੈ ਨਾ, ਤਾਂ ਉਹਨਾਂ ਨੂੰ ਸੁਣਨ ਦੇ ਕੌਸ਼ਲ ਦੇ ਥਰੂ ਅਸੀਂ ਨੇ ਬੋਲਣਾ ਸਿਖਾਉਣਾਗਾ। ਤਾਂ ਇਹਦੇ ਵਿੱਚ ਬੱਚਿਆਂ ਨੂੰ ਇੰਨੇ ਕੁ ਕੇਪੇਬਲ ਬਣਾਇਆ ਜਾਂਦਾ ਗਾ ਕਿ ਉਹ ਸਾਰੇ ਵਰਡਸ ਨੂੰ ਜਿਹੜੇ ਦੂਜਿਆਂ ਦੁਆਰਾ ਬੋਲੇ ਜਾਂਦੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਕੀ ਕਰਨ, ਇਮੀਟੇਟ ਕਰਨ ਉਹਦੀ। ਸੈਕਿੰਡ ਹੈ ਟੂ ਡਿਵੈਲਪ ਦਾ ਸਕਿੱਲ ਆਫ ਅੰਡਰਸਟੈਂਡਿੰਗ ਦਾ ਮੀਨਿੰਗ ਆਫ ਦਾ ਆਡੀਓ ਏਡ। ਠੀਕ ਹੈ, ਆਡੀਓ ਦੇ ਥਰੂ ਅਸੀਂ ਸੁਣਦੇ ਆਂਗੇ ਤਾਂ ਬੱਚਿਆਂ ਦੇ ਵਿੱਚ ਕਿਹੜੀ ਸਕਿੱਲ ਨੂੰ ਡਿਵੈਲਪ ਕਰਨਾਗਾ, ਮੀਨਿੰਗ ਨੂੰ ਅੰਡਰਸਟੈਂਡ ਕਰਨ ਦੀ। ਠੀਕ ਹੈ, ਕਿ ਜੋ ਵੀ ਬੋਲਿਆ ਜਾ ਰਿਹਾ ਹੈਗਾ ਉਹ ਸੁਣ ਰਹੇ ਨੇ ਆਡੀਓ, ਉਸ ਆਡੀਓ ਦੇ ਵਿੱਚ ਜੋ ਵੀ ਬੋਲਿਆ ਜਾ ਰਿਹਾ ਤਾਂ ਉਸ ਨੂੰ ਕਿਸ ਤਰ੍ਹਾਂ ਸੁਣ ਰਹੇ ਨੇ, ਉਹਦਾ ਮੀਨਿੰਗ ਨੂੰ ਕਿਸ ਤਰ੍ਹਾਂ ਅੰਡਰਸਟੈਂਡ ਕਰ ਰਹੇ ਨੇ, ਉਹ ਵਾਲੀ ਸਕਿੱਲ ਹੈ ਜਿਹੜੀ ਬੱਚਿਆਂ ਦੇ ਵਿੱਚ ਅਸੀਂ ਡਿਵੈਲਪ ਕਰਨੀ ਹੈ ਜੀ। ਅੱਗੇ ਜੀ ਟੂ ਅੰਡਰਸਟੈਂਡ ਦ ਸੈਂਟੀਮੈਂਟਸ ਆਫ ਦ ਸਪੀਕਰਸ। ਠੀਕ ਹੈ, ਟੂ ਅੰਡਰਸਟੈਂਡ ਦ ਸੈਂਟੀਮੈਂਟਸ ਆਫ ਦ ਸਪੀਕਰ, ਸਪੀਕਰ ਹੁੰਦਾ ਬੋਲਣ ਵਾਲਾ। ਠੀਕ ਹੈ, ਤਾਂ ਬੋਲਣ ਵਾਲੇ ਦੇ ਸੈਂਟੀਮੈਂਟਸ ਭਾਵਨਾਵਾਂ ਨੂੰ ਕੀ ਕਰਨਾਗਾ, ਅੰਡਰਸਟੈਂਡ ਕਰਨਾ ਵੀ ਕਿਸ ਤਰ੍ਹਾਂ ਨਾਲ ਬੋਲ ਰਿਹਾ ਹੈਗਾ, ਕਹਿਣ ਦਾ ਭਾਵ ਆ ਵੀ ਉਸ ਚੀਜ਼ ਨੂੰ ਅਸੀਂ ਅਡਾਪਟ ਕਰਨਾਗਾ। ਨੈਕਸਟ ਹੈ ਜੀ ਡਿਵੈਲਪਮੈਂਟਲ ਇੰਟੈਕਚੁਅਲ ਡਿਵੈਲਪਮੈਂਟਲ ਆਫ ਸਟੂਡੈਂਟਸ, ਇੰਟੈਲੈਕਚੁਅਲ ਡਿਵੈਲਪਮੈਂਟ ਆਫ ਸਟੂਡੈਂਟਸ। ਠੀਕ ਹੈ, ਤਾਂ ਬੱਚਿਆਂ ਦਾ ਕੀ ਇੰਪਰੂਵ ਕਰਨਾ ਸੀ ਨੇ, ਇੰਟੈਲੈਕਚੁਅਲ ਡਿਵੈਲਪਮੈਂਟ ਨੂੰ ਇੰਪਰੂਵ ਕਰਨਾਗਾ ਸਟੂਡੈਂਟਸ ਦੀ ਨੂੰ। ਠੀਕ ਹੈ, ਉਹਨਾਂ ਦਾ ਬੌਧਿਕ ਵਿਕਾਸ ਕਰਨਾ ਕਹਿਣ ਦਾ ਭਾਵ ਹੈ ਟੂ ਡਿਵੈਲਪ ਦਾ ਕੈਪੇਬਿਲਿਟੀ ਆਫ ਸਪੀਕਿੰਗ ਐਂਡ ਰੀਡਿੰਗ ਵਿਦ ਐਕੂਰੇਸੀ ਇਨ ਰਾਈਜ਼ ਫਾਲਸ ਇਨ ਦਾ ਲੈਂਗੁਏਜ। ਠੀਕ ਹੈ, ਤਾਂ ਕੀ ਕੈਪੇਬਿਲਿਟੀ ਉਹਨਾਂ ਦੇ ਵਿੱਚ ਡਿਵੈਲਪ ਕਰਨੀ ਅਸੀਂ ਨੇ, ਸਪੀਕਿੰਗ ਦੀ ਤੇ ਰੀਡਿੰਗ ਦੀ, ਮਤਲਬ ਬੋਲਣ ਦੀ ਤੇ ਪੜ੍ਹਨ ਦੀ, ਜਿਹੜੀ ਵਿੱਚ ਪੜ੍ਹਨ ਦੇ ਵਿੱਚ ਐਕੂਰੇਸੀ ਜਿਹੜੀ ਹੈਗੀ ਆ ਉਹਨਾਂ ਨੂੰ, ਉਹਨੂੰ ਕੀ ਕਰਨਾ ਸੀ ਨੇ ਬੱਚਿਆਂ ਦੇ ਵਿੱਚ ਅਸੀਂ ਨੇ ਡਿਵੈਲਪ ਕਰਨਾਗਾ। ਕਿਵੇਂ ਰਾਈਜ਼ ਐਂਡ ਫਾਲ ਆਉਂਦੇ ਨੇ ਬੋਲਣ ਦੇ ਵਿੱਚ ਹੈ ਨਾ, ਕਿਸ ਤਰ੍ਹਾਂ ਉਤਾਰ ਚੜਾਵ ਆਉਂਦੇ ਨੇਗੇ, ਤਾਂ ਉਹ ਵਾਲੀ ਕੈਪੇਬਿਲਿਟੀ ਅਸੀਂ ਨੇ ਡਿਵੈਲਪ ਕਰਨੀ ਹੈਗੀ ਬੱਚਿਆਂ ਦੇ ਅੰਦਰ। ਟੂ ਐਨਕਰੇਜ ਸਟੂਡੈਂਟਸ ਟੂ ਟੇਕ ਪਾਰਟ ਇਨ ਲੈਂਗੁਏਜ ਐਂਡ ਲਿਟਰੇਚਰ ਰਿਲੇਟਡ ਐਕਟੀਵਿਟੀਜ਼, ਤਾਂ ਬੱਚਿਆਂ ਨੂੰ ਕੀ ਐਨਕਰੇਜ ਕਰਨਾਗਾ ਕਿ ਉਹ ਜਿਹੜੇ ਲੈਂਗੁਏਜ ਜਾਂ ਲਿਟਰੇਚਰ ਦੇ ਨਾਲ ਸੰਬੰਧਿਤ ਜਿਹੜੀਆਂ ਐਕਟੀਵਿਟੀਜ਼ ਨੇਗੀਆਂ ਉਹਨਾਂ ਦੇ ਵਿੱਚ ਕੀ ਕਰਨ, ਹਿੱਸਾ ਲੈ ਸਕਣ ਬੱਚੇ, ਪਾਰਟੀਸਪੇਟ ਕਰਨ। ਠੀਕ ਹੈ, ਟੂ ਮੇਨਟੇਨ ਦਾ ਮੈਂਟੈਲਿਟੀ ਆਫ ਰਿਸੈਪਟੀਵਿਟੀ, ਤਾਂ ਇਹਦੇ ਵਿੱਚ ਮੇਨ ਚੀਜ਼ ਕੀ ਆਉਂਦੀ ਹੈ, ਲਿਸਨਿੰਗ ਦੇ ਥਰੂ ਜੇ ਕੋਈ ਮਤਲਬ ਬੱਚਾ ਲਿਸਨਿੰਗ ਕਰ ਰਿਹਾ ਮਤਲਬ ਸੁਣ ਰਿਹਾ ਹੈਗਾ ਹੈ ਨਾ, ਤਾਂ ਨੈਚੁਰਲੀ ਗੱਲ ਆ ਕਿ ਉਹਦੇ ਵਿੱਚ ਕਿਸੇ ਵੀ ਆਈਡੀਆਜ਼ ਨੂੰ, ਕਿਸੇ ਵੀ ਗੱਲ ਨੂੰ ਰਿਸੀਵ ਕਰਨ ਦੀ ਜਿਹੜੀ ਹੈਗੀ ਕੈਪੇਬਿਲਿਟੀ ਆਏਗੀ। ਤੇ ਇਹਦੇ ਨਾਲ ਕੀ ਹੈ, ਬੱਚਿਆਂ ਨੂੰ ਅਸੀਂ ਕਿਸ ਚੀਜ਼ ਦੇ ਕੈਪੇਬਲ ਬਣਾਉਂਦੇ ਆ, ਉਹਨਾਂ ਦੇ ਵਿੱਚ ਇੰਨੀ ਕੁ ਵਧੀਆ ਮੈਂਟੈਲਿਟੀ ਆ ਜਾਏ ਕਿ ਉਹ ਰਿਸੈਪਟੀਵਿਟੀ ਵਧੀਆ ਸਿੱਖ ਜਾਣ, ਮਤਲਬ ਕਿਸੇ ਵੀ ਗੱਲ ਨੂੰ ਰਿਸੀਵ ਕਰਨਾ ਸਿੱਖਣ ਬੱਚੇ। ਟੂ ਅੰਡਰਸਟੈਂਡ ਦਾ ਮੀਨਿੰਗ ਆਫ ਵਰਡਸ ਆਈਡੀਆਜ਼ ਈਡੀਅਮਸ ਐਂਡ ਅਟਰੈਂਸਿਸ, ਕਹਿੰਦੇ ਉਹਨਾਂ ਦੇ ਵਿੱਚ ਕਿਸ ਚੀਜ਼ ਦੇ ਕੋਈ ਵੀ ਸ਼ਬਦਾਂ ਦੇ ਜਾਂ ਈਡੀਅਮਸ ਜਿਵੇਂ ਮੁਹਾਵਰੇ ਅਖਾਣਾ ਹੁੰਦੇ ਨੇ ਸਾਡੇ ਨਾ, ਅਟਰੈਂਸਿਸ ਉਦਾਹਰਨਾਂ ਹੁੰਦੀਆਂ ਨੇ, ਤਾਂ ਉਹਨਾਂ ਦਾ ਮੀਨਿੰਗ ਨੂੰ ਅੰਡਰਸਟੈਂਡ ਕਰਨ ਦੇ ਬੱਚਿਆਂ ਨੂੰ ਅਸੀਂ ਕੈਪੇਬਲ ਬਣਾ ਸਕੀਏ। ਨੈਕਸਟ ਹੈ ਟੀਚਿੰਗ ਮੈਥਡ ਆਫ ਲਿਸਨਿੰਗ ਸਕਿੱਲ। ਹਾਂਜੀ, ਲਿਸਨਿੰਗ ਸਕਿੱਲ ਦੇ ਟੀਚਿੰਗ ਮੈਥਡਸ ਕਿਹੜੇ ਨੇਗੇ, ਕਿਵੇਂ ਫਸਟ ਹੈ ਡਿਸਕਸ਼ਨ ਮੈਥਡ, ਇਹਦੇ ਵਿੱਚ ਕੀ ਹੈਗਾ ਅਸੀਂ ਡਿਸਕਸ ਕਰਕੇ ਜਿਹੜਾ ਹੈਗਾ ਉਹਦੇ ਵਿੱਚ ਨਾ ਬੱਚਿਆਂ ਨੂੰ ਲਿਸਨਿੰਗ ਸਕਿੱਲ ਦੇ ਵਿੱਚ ਇੰਪਰੂਵ ਕੀਤਾ ਜਾਂਦਾ ਗਾ। ਸੈਕਿੰਡ ਹੈ ਸਪੀਚ ਮੈਥਡ, ਕੋਈ ਵੀ ਸਪੀਚ ਦੇ ਕੇ, ਜਿਸ ਤਰ੍ਹਾਂ ਬੱਚਿਆਂ ਨੂੰ ਸਪੀਚ ਦੇਵਾਂਗੇ ਤਾਂ ਬੱਚੇ ਸੁਣਨਗੇ। ਠੀਕ ਹੈ, ਤਾਂ ਸੁਣਨਗੇ, ਉਹਨਾਂ ਦੀ ਲਿਸਨਿੰਗ ਸਕਿੱਲ ਇੰਪਰੂਵ ਹੋਏਗੀ, ਸੁਣਨ ਦੀ ਗੱਲ ਜਿਹੜੀ ਕੌਸ਼ਲ ਇੰਪਰੂਵ ਹੋਏਗਾ। ਦੋ ਵਾਰੀ ਆ ਰਿਹਾ ਸੌਰੀ। ਅੱਗੇ ਜੀ ਕੁਐਸਚਨ ਆਨਸਰ, ਹਾਂਜੀ ਕੁਐਸਚਨ ਆਨਸਰ ਦੇ ਥਰੂ ਵੀ ਕੀ ਹੈਗਾ ਅਸੀਂ ਉਹਨਾਂ ਦੇ ਵਿੱਚ ਕੀ ਹੈਗਾ ਅਸੀਂ ਲਿਸਨਿੰਗ ਸਕਿੱਲ ਨੂੰ ਇੰਪਰੂਵ ਕਰ ਸਕਦੇ ਹੈਗੇ ਹੈ ਨਾ। ਜੇ ਅਸੀਂ ਮਤਲਬ ਟੀਚਰ ਪੜ੍ਹਾ ਰਹੇ ਨੇ ਕਲਾਸ ਦੇ ਵਿੱਚ ਤਾਂ ਬੱਚਿਆਂ ਤੋਂ ਜੇ ਅਸੀਂ ਡਿਊਰਿੰਗ ਲੈਕਚਰ ਅਸੀਂ ਕੁਐਸਚਨ ਆਨਸਰ ਕਰ ਰਹੇ ਹੈਗੇ ਤਾਂ ਇਹਦੇ ਵਿੱਚ ਕੀ ਹੈਗਾ ਬੱਚੇ ਵੀ ਐਕਟਿਵ ਹੋ ਕੇ ਸੁਣਦੇ ਨੇ, ਤਾਂ ਬੱਚਿਆਂ ਨੂੰ ਇਹ ਵੀ ਡਰ ਹੁੰਦਾ ਗਾ ਕਿ ਮੇਰੇ ਤੋਂ ਕਦੋਂ ਵੀ ਕੁਝ ਵੀ ਪੁੱਛਿਆ ਜਾ ਸਕਦਾ, ਕਿਹੜਾ ਵੀ ਕੁਐਸਚਨ ਹੈ ਨਾ, ਤਾਂ ਇਹਦੇ ਵਿੱਚ ਕੀ ਹੈਗਾ ਉਹ ਲਿਸਨਿੰਗ ਸਕਿੱਲ ਉਹਨਾਂ ਦੀ ਡਿਵੈਲਪ ਨੈਚੁਰਲੀ ਗੱਲ ਆ ਵੀ ਹੋਏਗੀ। ਅੱਗੇ ਲਾਊਡ ਰੀਡਿੰਗ, ਜਿਵੇਂ ਆਪਾਂ ਛੋਟੇ ਕਲਾਸਿਸ ਦੇ ਵਿੱਚ ਵੇਖਦੇ ਹਾਂ ਇੱਕ ਬੱਚਾ ਉੱਚੀ ਉੱਚੀ ਪੜ੍ਹ ਰਿਹਾ ਹੁੰਦਾ ਤਾਂ ਬਾਕੀ ਬੱਚੇ ਉਹਨੂੰ ਸੁਣ ਰਹੇ ਹੁੰਦੇ ਨੇ, ਤਾਂ ਉਹ ਵਾਰੀ ਹੁੰਦੀ ਹੈ ਲਾਊਡ ਰੀਡਿੰਗ। ਤਾਂ ਲਾਊਡ ਰੀਡਿੰਗ ਦੇ ਥਰੂ ਕੀ ਹੈਗਾ ਬੱਚੇ ਸਭ ਪੜ੍ਹਦੇ ਨੇ, ਮਤਲਬ ਤਾਂ ਕੀ ਹੈਗਾ ਉਹਨਾਂ ਦੀ ਲਿਸਨਿੰਗ ਸਕਿੱਲ ਡਿਵੈਲਪ ਹੁੰਦੀ ਆ। ਇੱਕ ਲਾਊਡ ਰੀਡਿੰਗ ਦੇ ਵਿੱਚ ਆ ਜਾਂਦਾ ਕਿ ਅਸੀਂ ਆਪਣੇ ਆਪ ਹੀ ਉੱਚੀ ਬੋਲ ਕੇ ਪੜ੍ਹ ਰਹੇ ਹਾਂ, ਜੇ ਬੱਚਾ ਇਕੱਲਾ ਬੈਠਾ ਵੀ ਪੜ੍ਹ ਰਿਹਾ ਹੈਗਾ ਤਾਂ ਉਹ ਵੀ ਬੋਲ ਕੇ ਪੜ੍ਹ ਰਿਹਾ ਹੈਗਾ, ਤਾਂ ਬੋਲਣ ਦੇ ਨਾਲ ਕੀ ਹੈਗਾ ਉਹ ਜੇ ਪੜ੍ਹ ਰਿਹਾ ਹੈਗਾ ਬੋਲ ਕੇ, ਇਹਦਾ ਮਤਲਬ ਇਹ ਨਹੀਂ ਵੀ ਇਕੱਲਾ ਸਪੀਕਿੰਗ ਹੋ ਰਹੀ ਹੈ ਉਹਦੀ ਹੈ ਨਾ, ਤਾਂ ਲਿਸਨਿੰਗ ਵੀ ਬੋਲੂਗਾ ਤਾਂ ਉਹਦੇ ਕੰਨ ਉਹਨੂੰ ਸੁਣ ਰਹੇ ਨੇ, ਤਾਂ ਇਹਦੇ ਵਿੱਚ ਕੀ ਉਹਦੀ ਫਿਰ ਇਹਦੇ ਨਾਲ ਵੀ ਲਿਸਨਿੰਗ ਸਕਿੱਲ ਜਿਹੜੀ ਉਹ ਡਿਵੈਲਪ ਹੁੰਦੀ ਆ। ਹਾਂਜੀ, ਅੱਗੇ ਡਿਕਟੇਸ਼ਨ, ਬੱਚੇ ਨੂੰ ਅਸੀਂ ਡਿਕਟੇਸ਼ਨ ਦਿੰਦੇ ਹਾਂ ਲਿਖਣ ਲਈ, ਬੋਲ ਕੇ ਦਿੰਦੇ ਤਾਂ ਉਹ ਕੀ ਉਹਨੂੰ ਲਿਸਨ ਕਰ ਰਿਹਾ, ਸੁਣ ਰਿਹਾ ਹੈਗਾ। ਅੱਗੇ ਸਟੋਰੀ ਲਿਸਨਿੰਗ, ਬੱਚੇ ਨੂੰ ਕੋਈ ਵੀ ਕਹਾਣੀ ਸੁਣਾ ਰਹੇ ਹੈਗੇ, ਚਾਹੇ ਅਸੀਂ ਆਡੀਓ ਦੇ ਥਰੂ ਰਿਕਾਰਡਡ ਸੁਣਾਈਏ ਜਾਂ ਅਸੀਂ ਬੋਲ ਕੇ ਟੀਚਰ ਸੁਣਾ ਰਹੇ ਨੇ, ਜਾਂ ਬੱਚੇ ਆਪਸ ਦੇ ਵਿੱਚ ਜਿੱਦਾਂ ਲੈਸਨ ਉਹ ਚੱਲ ਰਿਹਾ ਹੈਗਾ ਸਟੋਰੀਜ਼ ਵਾਲਾ ਤਾਂ ਸਟੋਰੀ ਬੱਚੇ ਸੁਣ ਰਹੇ ਨੇ, ਤਾਂ ਇਹਦੇ ਨਾਲ ਕੀ ਹੈਗਾ ਉਹਨਾਂ ਦੀ ਲਿਸਨਿੰਗ ਸਕਿੱਲ ਇੰਪਰੂਵ ਹੋਵੇਗੀ। ਨੈਕਸਟ ਹੈ ਜੀ ਅਪਰੋਚ ਆਫ ਲਿਸਨਿੰਗ ਸਕਿੱਲ। ਹਾਂਜੀ, ਲਿਸਨਿੰਗ ਸਕਿੱਲ ਦੀਆਂ ਅਪਰੋਚਿਸ ਕਿਹੜੀਆਂ ਕਿਹੜੀਆਂ ਨੇ। ਫਸਟ ਹੈਗਾ ਕੁਐਸਚਨ ਆਪਣਾ ਫਸਟ ਆਪਸ਼ਨ ਹੈ
ਬੋਟਮ ਅਪ ਅਪਰੋਚ, ਬੋਟਮ ਅਪ ਹੁੰਦੀ ਹੈ ਜਿਹੜੀ ਬੋਟਮ ਤੋਂ ਸ਼ੁਰੂ ਹੋ ਕੇ ਗਰਾਊਂਡ ਤੋਂ ਹਨਾ ਉੱਪਰ ਤੱਕ ਜਾਂਦੀ ਹੈ, ਉਹਨੂੰ ਅਸੀਂ ਕਹਿੰਦੇ ਕਿ ਬੋਟਮ ਅਪ ਅਪਰੋਚ ਹੈ। ਠੀਕ ਹੈ, ਇੱਕ ਹੁੰਦੀ ਹੈ ਟੌਪ ਡਾਊਨ, ਜਿਹੜੀ ਟੌਪ ਤੋਂ ਸਟਾਰਟ ਹੋਈ ਹੈ ਤੇ ਨੀਚੇ ਵੱਲ ਆ ਰਹੀ ਹੈ। ਜਿਸ ਤਰ੍ਹਾਂ ਨਾਲ ਬਾਟਮ ਅਪ ਦੇ ਵਿੱਚ ਕੀ ਹੈ, ਪਹਿਲਾਂ ਬੱਚੇ ਨੂੰ ਅਸੀਂ ਐਲਫਾਬੈਟ ਸਿਖਾਉਣੇ ਹੈਗੇ, ਫਿਰ ਜਿੱਦਾਂ ABC ਹੋ ਗਿਆ, ਉਸ ਤੋਂ ਬਾਅਦ ਉਹਨਾਂ ਛੋਟੇ ਛੋਟੇ ਵਰਡਸ ਸਿਖਾਏ ਜਾਂਦੇ ਨੇਗੇ ਬੱਚੇ ਨੂੰ, ਜਿਵੇਂ CAT ਕੈਟ, DOG ਡੌਗ, ਤਾਂ ਇਸ ਤਰ੍ਹਾਂ ਨਾਲ ਸਿਖਾਏ ਜਾਂਦੇ ਨੇ। ਉਸ ਤੋਂ ਬਾਅਦ ਛੋਟੇ ਛੋਟੇ ਸੈਂਟੈਂਸਸ ਸਿਖਾਏ ਜਾਂਦੇ ਨੇ ਬੱਚੇ ਨੂੰ। ਠੀਕ ਹੈ, ਦਿਸ ਇਜ਼ ਅ ਕੈਟ, ਦਿਸ ਇਜ਼ ਮਾਈ ਡੌਗ, ਇਸ ਤਰ੍ਹਾਂ ਨਾਲ ਤਾਂ ਉਹ ਪੂਰਾ ਸੈਂਟੈਂਸ ਬਣਾਉਣਾ ਸਿੱਖ ਗਏ ਇਹਦੇ ਵਿੱਚ। ਉਸ ਤੋਂ ਬਾਅਦ ਕੀ ਆਉਂਦਾ ਜੀ, ਪੈਰਾਗ੍ਰਾਫ। ਫਿਰ ਇੱਕ ਇੱਕ ਲਾਈਨ ਤੋਂ ਬੱਚੇ ਕਿਨੇ ਪੂਰਾ ਪੈਰਾਗ੍ਰਾਫ ਬਣਾਉਣਾ ਸ਼ੁਰੂ ਕਰ ਦਿੰਦੇ ਨੇ ਹਨਾ, ਹੌਲੀ ਹੌਲੀ ਜਾਂਦੇ ਹੋਏ ਇਹਨਾਂ ਦੀ ਸਕਿੱਲ ਡਿਵੈਲਪ ਹੁੰਦੀ ਜਾਂਦੀ ਆ। ਐਂਡ ਤੇ ਜਾ ਕੇ ਕੀ ਹੈਗਾ, ਕੋਈ ਨਾ ਕੋਈ ਸਟੋਰੀ ਬੱਚੇ ਬਣਾਉਣਾ ਸਿੱਖ ਜਾਂਦੇ ਨੇ, ਕਹਿਣ ਦਾ ਭਾਵ ਜਾਂ ਇਮੈਜੀਨੇਸ਼ਨ, ਸਟੋਰੀ ਇਮੈਜੀਨੇਟ ਕਰਨਾ ਸਿੱਖ ਜਾਂਦੇ ਨੇ। ਤਾਂ ਇਹਦੇ ਵਿੱਚ ਕੀ ਹੈਗਾ, ਜਿਹੜੀ ਸਾਡੇ ਐਲਫਾਬੈਟਸ ਤੋਂ ਸ਼ੁਰੂ ਹੋ ਕੇ ਜਿਹੜੀ ਪੂਰੀ ਮਤਲਬ ਕੀ ਹੈਗਾ ਸਟੋਰੀ ਤੱਕ ਪਹੁੰਚ ਜਾਂਦੀ ਹੈਗੀ, ਉਹ ਕਿਹੜੀ ਹੁੰਦੀ ਹੈ ਸਾਡੀ ਜਿਹੜੀ ਬਾਟਮ ਅਪ ਅਪਰੋਚ ਹੁੰਦੀ ਹੈ। ਬਾਟਮ ਤੋਂ ਸ਼ੁਰੂ ਹੋ ਕੇ ਅਪ ਵੱਲ ਜਾ ਰਹੇ ਹਾਂ ਅਸੀਂ। ਹਾਂਜੀ, ਅੱਗੇ ਟੌਪ ਡਾਊਨ ਅਪਰੋਚ, ਇਹ ਆਪਣੇ ਕੁਐਸਚਨ ਵੀ ਆਇਆ ਸੀ ਕੱਲ MCQ ਦੇ ਵਿੱਚ ਵੀ ਹੈਗੇ ਸੀ ਇਹ ਵਾਲੇ। ਟੌਪ ਡਾਊਨ ਅਪਰੋਚ ਦੇ ਵਿੱਚ ਕੀ ਹੈ, ਟੌਪ ਤੋਂ ਅਸੀਂ ਡਾਊਨ ਵੱਲ, ਜਿਵੇਂ ਪਹਿਲਾਂ ਸਟੋਰੀ ਸਿਖਾਈ ਹੈ ਸੁਣਨੀ, ਫਿਰ ਪੈਰਾਗ੍ਰਾਫ, ਫਿਰ ਸੈਂਟੈਂਸਸ, ਵਰਡਸ ਐਂਡ ਨੀਚੇ ਆ ਕੇ ਅਸੀਂ ਕੀ ਹੈਗਾ ਐਲਫਾਬੈਟ ਸਿੱਖ ਲਏ, ਇਹਨੂੰ ਕਹਿੰਦੇ ਅਸੀਂ ਟੌਪ ਡਾਊਨ ਅਪਰੋਚ। ਅੱਗੇ ਜੀ ਸਾਡਾ ਸਪੀਕਿੰਗ ਸਕਿੱਲ, ਪਹਿਲੀ ਲਿਸਨਿੰਗ ਸਕਿੱਲ ਸੀ ਆਪਣੀ ਕੰਪਲੀਟ ਹੋਈ। ਅੱਗੇ ਜੀ ਸਪੀਕਿੰਗ ਸੈਕੰਡ ਨੰਬਰ ਤੇ, ਇਹ ਕਿਹੜੀ ਹੁੰਦੀ ਹੈ, ਪ੍ਰੋਡਕਟਿਵ ਹੁੰਦੀ ਆ, ਇਹਨੂੰ ਅਸੀਂ ਐਕਸਪ੍ਰੈਸਿਵ ਵੀ ਕਹਿ ਦਿੰਦੇ ਆ। ਠੀਕ ਹੈ, ਪ੍ਰੋਡਕਟਿਵ ਪ੍ਰੋਡਿਊਸ ਕੀਤਾ ਜਾ ਰਿਹਾ ਹੁਣ ਇਹਦੇ ਵਿੱਚ, ਸਪੀਕਿੰਗ ਬੋਲਾਂਗੇ, ਵਰਡਸ ਨੂੰ ਪ੍ਰੋਡਿਊਸ ਕਰ ਰਹੇ ਹਾਂ ਸੈਂਟੈਂਸਸ, ਤਾਂ ਇਹ ਪ੍ਰੋਡਕਟਿਵ ਹੋ ਗਈ। ਐਕਸਪ੍ਰੈਸਿਵ ਆਪਣੇ ਆਈਡੀਆਜ਼ ਨੂੰ, ਥਾਟਸ ਨੂੰ, ਫੀਲਿੰਗਸ ਨੂੰ ਐਕਸਪ੍ਰੈਸ ਕਰ ਰਹੇ ਹਾਂ ਬੋਲ ਕੇ, ਤਾਂ ਕਰਕੇ ਐਕਸਪ੍ਰੈਸਿਵ ਆ। ਆਊਟਪੁੱਟ, ਜਿਹੜੀ ਅਸੀਂ ਲਿਸਨਿੰਗ ਕੀ ਸੀਗੀ, ਇਨਪੁੱਟ ਹੁੰਦੀ ਆ ਹਨਾ, ਤਾਂ ਕੀ ਹੈਗਾ, ਇਹ ਕੀ ਹੈਗਾ ਆਊਟਪੁੱਟ ਹੈਗਾ। ਓਰਲ ਸਕਿੱਲ ਹੈ, ਜਿਹੜੀ ਕਿ ਅਸੀਂ ਕੀ ਕਿਹਾ ਸੀਗਾ ਸਪੀਕਿੰਗ ਮਤਲਬ ਬੋਲਣ ਨਾਲ ਸੰਬੰਧਿਤ ਹੈਗੀ, ਤਾਂ ਓਰਲ ਹੋ ਗਈ। ਤਾਂ ਲਿਸਨਿੰਗ ਕਿਹੜੀ ਸੀ ਸਾਡੀ, ਓਰਲ ਸੀ, ਇਹ ਸਾਡੀ ਓਰਲ ਹੈਗੀ। ਓਕੇ, ਏਮਸ ਆਫ ਸਪੀਕਿੰਗ ਸਕਿੱਲ, ਸਪੀਕਿੰਗ ਸਕਿੱਲ ਦੇ ਏਮਸ ਕਿਹੜੇ ਕਿਹੜੇ ਨੇ। ਫਸਟ ਹੈ ਟੂ ਮੇਕ ਦ ਸਟੂਡੈਂਟਸ ਕੈਪੇਬਲ ਆਫ ਐਕਸਪ੍ਰੈਸਿੰਗ देयर ਫੀਲਿੰਗਸ, ਐਕਸਪੀਰੀਅੰਸਿਸ ਐਂਡ ਥਾਟਸ ਈਜ਼ੀਲੀ ਐਂਡ ਕੰਫਰਟੇਬਲੀ। ਓਕੇ, ਬੱਚਿਆਂ ਨੂੰ ਇੰਨੇ ਕੁ ਯੋਗ ਬਣਾ ਦੇਣਾਗਾ ਕਿ ਉਹ ਆਪਣੇ ਜਿਹੜੀਆਂ ਫੀਲਿੰਗਸ ਨੇਗੀਆਂ, ਆਪਣੇ ਅਨੁਭਵ ਨੇ, ਐਕਸਪੀਰੀਅੰਸਿਸ ਨੇ ਹਨਾ, ਜਾਂ ਆਪਣੇ ਵਿਚਾਰ ਨੇਗੇ, ਥਾਟਸ ਨੇ, ਉਹਨਾਂ ਨੂੰ ਬਹੁਤ ਹੀ ਈਜ਼ੀਲੀ ਤੇ ਆਸਾਨ ਤਰੀਕੇ ਦੇ ਨਾਲ ਕੀ ਕਰਨ, ਕੰਫਰਟੇਬਲੀ ਉਹਨੂੰ ਕੀ ਕਰਨ, ਐਕਸਪ੍ਰੈਸ ਕਰ ਸਕਣ। ਠੀਕ ਹੈ, ਬੋਲ ਕੇ ਆਪਣੇ ਭਾਵ ਪ੍ਰਗਟ ਕਰ ਸਕਦੇ ਨੇਗੇ ਜਿਹੜਾ ਕਹਿੰਦੇ ਆ। Second है to teach students how to talk using correct pronunciation and expressions। ਤਾਂ ਬੱਚਿਆਂ ਨੂੰ ਕੀ ਕਰਨਾਗਾ ਅਸੀਂ ਨੇ ਸਿਖਾਉਣਾਗਾ ਕਿਸ ਤਰ੍ਹਾਂ ਨਾਲ ਗੱਲਬਾਤ ਕਰਨੀ ਆ, ਪ੍ਰੋਨਾਂਸੀਏਸ਼ਨ ਨੂੰ ਕਰੈਕਟ, ਸਹੀ ਪ੍ਰੋਨਾਂਸੀਏਸ਼ਨ ਨੂੰ, ਉਚਾਰਨ ਨੂੰ ਯੂਜ਼ ਕਰਦੇ ਹੋਏ ਤੇ ਸਹੀ ਐਕਸਪ੍ਰੈਸ਼ਨਸ ਨੂੰ ਯੂਜ਼ ਕਰਦੇ ਹੋਏ ਅਸੀਂ ਕਿਸ ਤਰ੍ਹਾਂ ਨਾਲ ਕੀਗਾ ਬੋਲਣਾਗਾ ਹੈਗਾ। ਨੈਕਸਟ ਹੈ ਟੂ ਟੀਚ ਸਟੂਡੈਂਟਸ ਟੂ ਸਪੀਕ ਫਲੂਐਂਟਲੀ, ਇੱਕ ਪੂਰੇ ਫਲੋ ਦੇ ਵਿੱਚ ਬੋਲਣਾ ਸਿਖਾਉਣਾਗਾ ਬੱਚੇ ਨੂੰ, ਫਲੂਐਂਟਲੀ ਬੋਲ ਸਕਣ, ਇੰਨੇ ਕੁ ਕੇਪੇਬਲ ਬਣਾ ਦੇਣਾਗਾ ਬੱਚੇ ਨੂੰ ਸਪੀਕਿੰਗ ਸਕਿੱਲ ਦੇ ਥਰੂ। ਹਾਂਜੀ, ਅੱਗੇ ਟੂ ਟੀਚ ਸਟੂਡੈਂਟਸ ਟੂ ਟੀਚ ਸਟੂਡੈਂਟ ਦਾ ਕਰੈਕਟ ਯੂਜ਼ੇਸ ਆਫ ਵਰਡਸ ਇਨ ਐਨ ਐਪਰੋਪਰੀਏਟ ਟਾਈਮ, ਸੌਰੀ ਐਟ ਇਨ ਐਪਰੋਪਰੀਏਟ ਟਾਈਮ। ਠੀਕ ਹੈ, ਇੱਕ ਸਹੀ ਸਮੇਂ ਤੇ ਸਹੀ ਸ਼ਬਦ ਯੂਜ਼ ਕਰਨੇ ਅਸੀਂ ਬੱਚਿਆਂ ਨੂੰ ਸਿਖਾਉਣੇ, ਕਿਹੜਾ ਮਤਲਬ ਇੱਕ ਸਮੇਂ ਦੇ ਅਨੁਸਾਰ ਜਿਹੜਾ ਹੈਗਾ ਸ਼ਬਦ ਯੂਜ਼ ਕਰਨੇ ਸਿਖਾਉਣੇ ਆ, ਕਿ ਕਿਸ ਟਾਈਮ ਤੇ ਕਿਹੋ ਜਿਹੇ ਵਰਡ ਬੋਲਣੇ, ਕਿਸ ਟਾਈਮ ਤੇ ਕਿਹੋ ਜਿਹੇ ਵਰਡ ਬੋਲਣੇ। ਠੀਕ ਹੈ, ਇਸ ਚੀਜ਼ ਦੇ ਅਸੀਂ ਬੱਚਿਆਂ ਨੂੰ ਇਨੇਬਲ ਬਣਾ ਦੇਣਾ ਗਾ ਜੀ। ਨੈਕਸਟ ਹੈ ਟੂ ਟੀਚ ਸਟੂਡੈਂਟਸ ਹਾਊ ਟੂ ਕਮਿਊਨੀਕੇਟ ਸਵੀਟਲੀ ਅਕੋਰਡਿੰਗ ਟੂ ਦ ਰੂਲਸ ਆਫ ਐਟੀਕੇਟਸ। ਠੀਕ ਹੈ, ਬੱਚਿਆਂ ਨੂੰ ਕੀ ਇਸ ਚੀਜ਼ ਦੇ ਯੋਗ ਬਣਾਉਣਾ ਅਸੀਂ ਨੇ, ਕੀ ਸਿਖਾਉਣਾਗਾ ਕਿ ਬਹੁਤ ਹੀ ਸਵੀਟਲੀ ਵਧੀਆ ਤਰੀਕੇ ਦੇ ਨਾਲ ਅਸੀਂ ਕੀ ਕਮਿਊਨੀਕੇਟ ਕਿਵੇਂ ਕਰਨਾ ਹੈ, ਇੱਕ ਦੂਜੇ ਨਾਲ ਕਮਿਊਨੀਕੇਸ਼ਨ ਅਸੀਂ ਕਿਵੇਂ ਕਰਨਾਗਾ ਐਟੀਕੇਟਸ ਨੂੰ ਦੇਖਦੇ ਹੋਏ। ਠੀਕ ਹੈ, ਸਾਡੇ ਮੈਨਰਸ ਨੂੰ ਦੇਖਦੇ ਹੋਏ। ਟੂ ਮੇਕ ਦ ਸਟੂਡੈਂਟਸ ਕੈਪੇਬਲ ਆਫ ਆਨਸਰਿੰਗ ਦ ਕੁਐਸਚਨਸ ਆਸਕਡ ਫਰੋਮ ਦੈਮ, ਉਹਨਾਂ ਤੋਂ ਜਿਹੜੇ ਕੁਐਸਚਨ ਪੁੱਛੇ ਜਾਂਦੇ ਨੇ, ਠੀਕ ਹੈ, ਤਾਂ ਉਹਨਾਂ ਦੇ ਆਨਸਰ ਕਰਨ ਦੇ ਬੱਚਿਆਂ ਨੂੰ ਯੋਗ ਬਣਾਉਣਾ। ਜਿਹੜੇ ਕੁਐਸਚਨ ਅਸੀਂ ਬੱਚੇ ਤੋਂ ਪੁੱਛੇ ਨੇ ਤਾਂ ਉਹਦਾ ਚੰਗੀ ਤਰ੍ਹਾਂ ਆਨਸਰ ਕੀ ਹੈਗਾ ਬੋਲ ਕੇ ਆਨਸਰ ਦੇ ਸਕੇ, ਇੰਨੇ ਕੁ ਯੋਗ ਅਸੀਂ ਬੱਚੇ ਨੂੰ ਬਣਾਉਣਾਗਾ। ਹਾਂਜੀ, ਅੱਗੇ ਟਾਈਪਸ ਆਫ ਸਪੀਕਿੰਗ ਸਿਚੁਏਸ਼ਨ। ਹਾਂਜੀ, ਸਪੀਕਿੰਗ ਸਕਿੱਲ ਆਏਗਾ ਇੱਥੇ, ਇਹਦੀਆਂ ਟਾਈਪਸ ਕਿਹੜੀਆਂ ਕਿਹੜੀਆਂ ਨੇ। ਫਸਟ ਹੈ ਜੀ ਇੰਟਰੈਕਟਿਵ, ਇੰਟਰੈਕਟਿਵ ਜਿੱਦਾਂ ਆਪਾਂ ਉਹਦੇ ਵਿੱਚ ਵੀ ਕਰਕੇ ਗਏ ਸੀ, ਇੰਟਰੈਕਟਿਵ ਦੇ ਵਿੱਚ ਕੀ ਹੁੰਦਾ, ਦੋਵਾਂ ਧਿਰਾਂ ਦਾ ਇੰਟਰੈਕਸ਼ਨ ਹੁੰਦਾ। ਠੀਕ ਹੈ, ਬੋਲਣ ਵਾਲੇ ਦਾ ਵੀ ਤੇ ਸੁਣਨ ਵਾਲੇ ਦਾ ਵੀ। ਤਾਂ ਇਸੇ ਤਰ੍ਹਾਂ ਹੀ ਇਹਦੇ ਵਿੱਚ ਵੀ ਹੈਗਾ, ਇਹਦੇ ਵਿੱਚ ਕੀ ਹੁੰਦਾ ਜੀ, ਕਹਿੰਦੇ ਫੇਸ ਟੂ ਫੇਸ ਕਨਵਰਜੇਸ਼ਨ ਹੁੰਦੀ ਆ, ਟੈਲੀਫੋਨ ਕਨਵਰਜੇਸ਼ਨ, ਉਹ ਵੀ ਤਾਂ ਇੱਕ ਜਣਾ ਬੋਲ ਰਿਹਾ, ਦੂਜਾ ਜਣਾ ਕੀ ਕਰ ਰਿਹਾ ਹੈਗਾ, ਜਿੱਦਾਂ ਲਿਸਨਿੰਗ ਤੇ ਸਪੀਕਿੰਗ ਦੋਨੇ ਹੋਣਗੇ, ਇੱਕ ਜਣਾ ਸਪੀਕਿੰਗ ਕਰ ਰਿਹਾ, ਦੂਜਾ ਜਣਾ ਲਿਸਨਿੰਗ ਕਰ ਰਿਹਾ ਹੈਗਾ ਟੈਲੀਫੋਨ ਤੇ। ਠੀਕ ਹੈ, ਟੂ ਵੇ ਕਨਵਰਜੇਸ਼ਨ ਹੁੰਦੀ ਆ, ਮੋਰ ਪੋਸੀਬਿਲਿਟੀ ਆਫ ਕਲੈਰੀਫਿਕੇਸ਼ਨ, ਇਹਦੇ ਵਿੱਚ ਵੀ ਕਲੈਰੀਫਿਕੇਸ਼ਨ ਦੀ ਬਹੁਤ ਜ਼ਿਆਦਾ ਪੋਸੀਬਿਲਿਟੀ ਹੁੰਦੀ ਆ। ਸੈਕੰਡ ਹੈ ਜੀ ਪਾਰਸ਼ੀਅਲੀ ਇੰਟਰੈਕਟਿਵ, ਪਾਰਸ਼ੀਅਲੀ ਮਤਲਬ ਅੰਸ਼ਿਕ ਤੌਰ ਤੇ। ਠੀਕ ਹੈ,
ਅੰਸ਼ਿਕ ਤੌਰ ਤੇ ਇੰਟਰੈਕਟਿਵ ਮਤਲਬ ਜਿਵੇਂ ਲਾਈਵ ਕਨਵਰਜੇਸ਼ਨ ਹੁੰਦੀ ਹੈ ਸਾਡੀ, ਐਗਜ਼ਾਮਪਲ ਦੇਖੋ ਲਾਈਵ, ਹੁਣ ਜਿੱਦਾਂ ਸਾਡੀਆਂ ਲਾਈਵ ਕਲਾਸਿਸ ਚੱਲ ਰਹੀਆਂ ਨੇ ਮੰਨ ਕੇ ਚੱਲਦੇ ਹਾਂ, ਓਕੇ। ਤਾਂ ਇਹਦੇ ਵਿੱਚ ਕੀ ਹੈਗਾ ਹੁੰਦਾਗਾ ਵੀ ਇਧਰ ਕਮੈਂਟਸ ਆ ਰਹੇ ਨੇਗੇ, ਤਾਂ ਟੀਚਰ ਉਹਨਾਂ ਕਈ ਕਮੈਂਟਸ ਹੁੰਦੇ ਟੀਚਰ ਪੜ੍ਹ ਲੈਂਦੇ ਨੇ, ਕਈ ਕੀ ਹੁੰਦੇ ਨੇਗੇ ਉੱਪਰ ਦੀ ਲੰਘ ਜਾਂਦੇ ਨੇ, ਤਾਂ ਉਹ ਪਾਰਸ਼ਲੀ ਹੈ ਨਾ, ਕਈਆਂ ਦੇ ਪੜ੍ਹੇ ਜਾਂਦੇ ਨੇ, ਕਈਆਂ ਦੇ ਨਹੀਂ। ਇੰਟਰੈਕਸ਼ਨ ਹੈਗੀ ਵੀ ਆ ਤੇ ਪੂਰੀ ਤਰ੍ਹਾਂ ਨਾਲ ਇੰਟਰੈਕਸ਼ਨ ਨਹੀਂ ਵੀ ਹੈਗੀ ਆ, ਤਾਂ ਉਹਨੂੰ ਅਸੀਂ ਕਹਿੰਦੇ ਹਾਂ ਪਾਰਸ਼ੀਅਲ ਇੰਟਰੈਕਟਿਵ ਹੁੰਦੀ ਆ। ਨੈਕਸਟ ਹੈ ਨਾਨ ਇੰਟਰੈਕਟਿਵ। ਨਾਨ ਦੇ ਵਿੱਚ ਉਹੀ ਵਨ ਵੇ ਕਨਵਰਜੇਸ਼ਨ ਹੁੰਦੀ ਹੈ, ਜਿਹੜੀ ਇੱਕ ਜਣਾ ਜਸਟ ਬੋਲ ਰਿਹਾ, ਦੂਸਰਾ ਸੁਣ ਨਹੀਂ ਰਿਹਾ, ਬਾਅਦ ਵਿੱਚ ਸੁਣੇਗਾ ਇੱਕ ਤਰ੍ਹਾਂ ਨਾਲ, ਠੀਕ ਹੈ। ਇਹਦੇ ਵਿੱਚ ਕੀ ਹੁੰਦਾ, ਕਲੈਰੀਫਿਕੇਸ਼ਨ ਦੀ ਘਾਟ ਹੁੰਦੀ ਹੈ। 3 ਫੋਲਡਸ ਆਫ ਸਪੀਕਿੰਗ ਸਕਿੱਲ। ਹਾਂਜੀ, ਸਪੀਕਿੰਗ ਸਕਿੱਲ ਦੇ 3 ਫੋਲਡਸ, 3 ਫੋਲਡ ਕਿਹੜੇ ਨੇਗੇ? ਪਹਿਲਾ ਟੀਚਰ ਟੂ ਸਟੂਡੈਂਟ। ਟੀਚਰ ਟੂ ਸਟੂਡੈਂਟ ਦੇ ਵਿੱਚ ਟੀਚਰ ਸਟੂਡੈਂਟਸ ਨੂੰ ਬੋਲ ਕੇ ਦੱਸ ਰਿਹਾ। ਹੁਣ ਕੀ ਹੈਗਾ ਇਹਦੇ ਵਿੱਚ, ਕੀ ਹੁੰਦਾ ਜੀ, ਇਹ ਇਨਫੋਰਮੇਸ਼ਨ ਪ੍ਰੈਜੈਂਟਿੰਗ। ਟੀਚਰ ਹੈਗਾ ਜਿਹੜਾ ਉਹ ਤਾਂ ਬੱਚਿਆਂ ਨੂੰ ਕੀ ਕਰ ਰਿਹਾ, ਇਨਫੋਰਮੇਸ਼ਨ ਪ੍ਰੈਜੈਂਟ ਕਰ ਰਿਹਾ, ਉਹਨਾਂ ਦੇ ਅੱਗੇ ਇਨਫੋਰਮੇਸ਼ਨ ਪੇਸ਼ ਕਰ ਰਿਹਾ ਹੈਗਾ, ਓਕੇ। ਅੱਗੇ ਸਟੂਡੈਂਟ ਟੂ ਟੀਚਰ। ਹੁਣ ਸਟੂਡੈਂਟ ਕੀ ਕਰਨਗੇ, ਟੀਚਰ ਨੂੰ ਰਿਸਪੌਂਡਿੰਗ, ਠੀਕ ਹੈ। ਤਾਂ ਉਹ ਵਾਲੇ ਬੱਚਿਆਂ ਨੂੰ ਕੀ, ਬੱਚੇ ਟੀਚਰ ਨੂੰ ਜਵਾਬ ਦੇ ਰਹੇ ਨੇ, ਇਹਦੇ ਵਿੱਚ ਕੀ ਆਨਸਰਿੰਗ ਕਰ ਰਹੇ ਨੇ ਕੁਐਸਚਨਸ, ਠੀਕ ਹੈ। ਜੇ ਕੁਐਸਚਨ ਪੁੱਛੇ ਨੇ ਟੀਚਰ ਦੇ ਤਾਂ ਉਹਦਾ ਆਨਸਰ ਕਰ ਰਹੇ ਨੇ ਬੱਚੇ, ਉਹ ਹੁੰਦਾ ਸਟੂਡੈਂਟ ਟੂ ਟੀਚਰ। ਨੈਕਸਟ ਹੈ ਟੀਚਰ ਟੂ ਸਟੂਡੈਂਟ। ਹੁਣ ਦੁਬਾਰਾ ਫਿਰ ਥਰਡ ਤੇ ਆ ਜਾਂਦਾ ਟੀਚਰ ਟੂ ਸਟੂਡੈਂਟ, ਉਹਦੇ ਵਿੱਚ ਕੀ ਆ, ਕਲੈਰੀਫਿਕੇਸ਼ਨ ਆ ਜਾਂਦੀ ਆ, ਇਵੈਲੂਏਸ਼ਨ ਆ ਜਾਂਦੀ ਹੈ। ਹੁਣ ਟੀਚਰ ਬੱਚਿਆਂ ਨੇ ਜਿਹੜੇ ਰਿਸਪੌਂਡ ਕੀਤੇ ਸੀ, ਆਨਸਰ ਦਿੱਤੇ ਸੀ ਜਿਨ੍ਹਾਂ ਚੀਜ਼ਾਂ ਦੇ, ਤਾਂ ਜੇ ਟੀਚਰ ਨੇ ਦੇਖਣਾਗਾ ਜੋ ਵੀ ਉਹ ਕਿੰਨਾ ਸਿੱਖੇ ਨੇਗੇ, ਹੈ ਨਾ, ਉਸ ਚੀਜ਼ ਦੀ ਕਲੈਰੀਫਾਈ ਕਰਨਾ, ਉਹਨੂੰ ਇਵੈਲੂਏਟ ਕਰਨਾਗਾ, ਡਾਇਗਨੋਸ ਕਰਨਾਗਾ, ਹੈ ਨਾ, ਕਿੰਨਾ ਸਿੱਖ ਚੁੱਕੇ ਨੇ, ਕਿੰਨਾ ਨਹੀਂ ਹੈ, ਕਿੱਥੇ ਕੋਈ ਕਮੀ ਹੈਗੀ ਆ। ਇਨਫੋਰਮੇਸ਼ਨ ਪ੍ਰੋਵਾਈਡਿੰਗ, ਤਾਂ ਇਹਦੇ ਵਿੱਚ ਜਿਹੜੀ ਹੈਗੀ ਬੱਚਿਆਂ ਨੂੰ ਦੁਬਾਰਾ ਫਿਰ ਕੀ ਹੈਗਾ, ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਂਦੀ ਆ, ਓਕੇ। ਨੈਕਸਟ ਹੈ ਕਰੈਕਟਰਿਸਟਿਕਸ ਆਫ ਅ ਗੁੱਡ ਸਪੀਕਿੰਗ। ਗੁੱਡ ਸਪੀਕਿੰਗ ਦੀਆਂ ਕਰੈਕਟਰਿਸਟਿਕਸ, ਵਿਸ਼ੇਸ਼ਤਾਵਾਂ ਕਿਹੜੀਆਂ ਹੁੰਦੀਆਂ ਨੇ? ਫਸਟ ਹੈ ਕਲੈਰਿਟੀ। ਕਲੈਰਿਟੀ ਦੇ ਵਿੱਚ ਕੀ ਹੈਗਾ, ਕਲੀਅਰ ਕੰਟੈਂਟ। ਬੱਚਿਆਂ ਨੂੰ ਕੀ ਹੈਗਾ, ਕੰਟੈਂਟ ਕਲੀਅਰ ਹੋ ਜਾਂਦਾ ਇਹਦੇ ਵਿੱਚ। ਨੈਚੁਰਲ ਕੀ ਹੈਗਾ, ਨੈਚੁਰਲ ਸਪੀਕਿੰਗ, ਕੁਦਰਤੀ, ਜਿਵੇਂ ਆਪਾਂ ਨੈਚੁਰਲ ਬੋਲਦੇ ਹਾਂ, ਠੀਕ ਹੈ, ਸਪੀਕਿੰਗ ਹੁੰਦੀ ਹੈ। ਫਲੂਐਂਸੀ, ਇਹਦੇ ਗੁੱਡ ਸਪੀਕਿੰਗ ਦੇ ਵਿੱਚ ਕੀ ਹੈਗਾ, ਫਲੂਐਂਸੀ ਹੋ ਜਾਂਦੀ ਹੈਗੀ, ਹੈ ਨਾ, ਫਲੋ ਦੇ ਵਿੱਚ ਬੋਲਣਾ ਬੱਚੇ ਕੀ ਹੈਗਾ ਸਿੱਖ ਜਾਂਦੇ ਨੇਗੇ। ਸਵੀਟਨੈਸ, ਮਤਲਬ ਕਿ ਇਹਨੂੰ ਅਸੀਂ ਸਵੀਟ ਸਪੀਕਿੰਗ ਕਹਿ ਦਿੰਦੇ ਹੈਗੇ। ਸਵੀਟਨੈਸ ਦੇ ਵਿੱਚ ਕੀ ਆਉਂਦਾ, ਬੱਚੇ ਵਧੀਆ ਸਵੀਟ ਬੋਲਦੇ ਨੇ, ਹੈ ਨਾ। ਕਹਿੰਦੇ ਖਰਵਾ ਜਾਂ ਕੌੜਾ, ਗੁੱਸੇਖੋਰ, ਮਤਲਬ ਬੋਲਣ ਤੋਂ ਹੀ ਪਤਾ ਲੱਗ ਜਾਂਦਾ ਹੁੰਦਾ ਕਿ ਕਿਸ ਤਰ੍ਹਾਂ ਦਾ ਲੈਅ ਦੇ ਵਿੱਚ ਬੋਲਿਆ ਜਾ ਰਿਹਾ, ਹੈ ਨਾ। ਤਾਂ ਜੇ ਸਵੀਟ ਬੋਲਿਆ ਜਾਊਗਾ ਤਾਂ ਨੈਚੁਰਲੀ ਗੱਲ ਆ, ਵਧੀਆ ਵੀ ਲੱਗੇਗਾ, ਹੈ ਨਾ। ਤਾਂ ਸਵੀਟਨੈਸ ਹੁੰਦੀ ਹੈ ਇਹਦੇ ਵਿੱਚ। ਅਕੋਰਡਿੰਗ ਟੂ ਦਾ ਆਡੀਅੰਸ ਲੈਵਲ, ਹੈ ਨਾ, ਠੀਕ ਹੈ, ਅਕੋਰਡਿੰਗ ਟੂ ਦਾ ਆਡੀਅੰਸ ਲੈਵਲ। ਆਡੀਅੰਸ ਦੇ ਲੈਵਲ ਦੇ ਅਸੀਂ ਕੀ ਹੈਗਾ ਬੋਲਾਂਗੇ ਜੇ, ਹੈ ਨਾ, ਫਿਰ ਹੈ। ਹੁਣ ਜੇ ਬੱਚੇ ਨੇ, ਮੰਨ ਕੇ ਚੱਲਦੇ ਅਸੀਂ ਕਲਾਸ ਦੇ ਵਿੱਚ 3rd ਕਲਾਸ ਦੇ ਬੱਚੇ ਨੇ, ਤਾਂ ਉਹਨਾਂ ਨੂੰ 7th ਕਲਾਸ ਦਾ ਅਸੀਂ ਪੜ੍ਹਾ ਰਹੇ ਹਾਂਗੇ ਬੋਲ ਕੇ, ਉਹਨਾਂ ਨੂੰ ਟੀਚਰ 7th ਕਲਾਸ ਦਾ, ਹੈ ਨਾ, ਤਾਂ ਕੀ ਹੈਗਾ ਬੱਚਿਆਂ ਦੇ ਸਮਝ ਨਹੀਂ ਆਏਗਾ। ਤਾਂ ਉਹ ਜੇ ਸਪੀਕਿੰਗ ਟੀਚਰ ਦੀ ਵੀ ਉਸ ਤਰ੍ਹਾਂ ਦੀ ਹੋਣੀ ਚਾਹੀਦੀ ਜਿਹੜਾ ਬੱਚਿਆਂ ਦੇ ਲੈਵਲ ਦਾ ਹੋਵੇ, ਹੈ ਨਾ, ਫਿਰ ਹੀ ਉਹਨੂੰ ਕੀ ਹੈਗਾ ਅਡਾਪਟ ਕਰ ਪਾਉਣਗੇ ਬੱਚੇ। ਤਾਂ ਆਡੀਅੰਸ ਦੇ ਲੈਵਲ ਦਾ ਹੋਣਾ ਚਾਹੀਦਾ। ਸਿਚੁਏਸ਼ਨਲ ਹੋਣਾ ਚਾਹੀਦਾ ਗਾ। ਸਿਚੁਏਸ਼ਨਲ ਕਿਵੇਂ ਹੋਣਾ ਚਾਹੀਦਾ ਗਾ, ਜਿਸ ਤਰ੍ਹਾਂ ਦੀ ਸਿਚੁਏਸ਼ਨ ਆ ਉਸ ਤਰ੍ਹਾਂ ਦਾ ਬੋਲਣਾ ਚਾਹੀਦਾ ਗਾ। ਜਿਸ ਆਮ ਜ਼ਿੰਦਗੀ ਦੇ ਵਿੱਚ ਵੀ ਦੇਖਦੇ ਆਂਗੇ, ਹੈ ਨਾ, ਤਾਂ ਉੱਥੇ ਵੀ ਅਸੀਂ ਸਿਚੁਏਸ਼ਨ ਦੇ ਅਕੋਰਡਿੰਗ ਹੀ ਬੋਲਦੇ ਹਾਂ। ਇਹ ਤਾਂ ਹੈ ਨਹੀਂ ਗਾ ਕਿ ਜਿੱਥੇ ਕੋਈ ਮਤਲਬ ਕੀ ਹੈਗਾ ਵੀ ਦੁੱਖ ਦੀ ਗੱਲ ਆ ਤਾਂ ਉੱਥੇ ਅਸੀਂ ਹਾਸੇ ਮਜ਼ਾਕ ਕਰੀ ਜਾਵਾਂਗੇ, ਜਾਂ ਹਾਸੇ ਮਜ਼ਾਕ ਉੱਥੇ ਅਸੀਂ ਰੋਈ ਜਾਵਾਂਗੇ। ਤਾਂ ਸਿਚੁਏਸ਼ਨ ਦੇ ਅਕੋਰਡਿੰਗ ਕੀ ਹੈਗਾ ਬੋਲਿਆ ਜਾਂਦਾ ਗਾ। ਅੰਡਰਸਟੈਂਡੇਬਲ, ਹਾਂਜੀ, ਸਪੀਕਿੰਗ ਜਿਹੜੀ ਹੁੰਦੀ ਹੈਗੀ ਉਹ ਅੰਡਰਸਟੈਂਡੇਬਲ ਹੋਣੀ ਚਾਹੀਦੀ ਹੈਗੀ, ਹੈ ਨਾ। ਅੱਗੇ ਜੀ ਮੈਥਡਸ ਆਫ ਸਪੀਕਿੰਗ ਸਕਿੱਲ। ਸਪੀਕਿੰਗ ਸਕਿੱਲ ਦੇ ਮੈਥਡਸ ਉਹੀ ਸੇਮ ਉਹਦੇ ਤਰ੍ਹਾਂ ਆ ਜਾਂਦੇ ਨੇ। ਡਿਸਕਸ਼ਨ ਮੈਥਡ, ਜਿਹਦੇ ਵਿੱਚ ਡਿਸਕਸ ਕਰਕੇ ਸਿੱਖਿਆ ਜਾਂਦਾ ਹੈ। ਲਾਊਡ ਰੀਡਿੰਗ ਮੈਥਡ ਆ ਗਿਆ ਜੀ। ਕਨਵਰਜੇਸ਼ਨ ਦੇ ਥਰੂ ਵੀ ਸਿੱਖਿਆ ਜਾਂਦਾ ਗਾ, ਇਹ ਵੀ ਇੱਕ ਮੈਥਡ ਹੁੰਦਾ ਗਾ, ਕਨਵਰਜੇਸ਼ਨ ਕਰਨਾ ਆਪਸ ਵਿੱਚ ਗੱਲਬਾਤ, ਹੈ ਨਾ। ਤਾਂ ਸਪੀਚ ਮੈਥਡ ਹੋ ਗਿਆ, ਸਪੀਚ ਦੇ ਕੇ। ਕੁਐਸਚਨ ਆਨਸਰ ਮੈਥਡ ਹੋ ਗਿਆ, ਕੁਐਸਚਨ ਪੁੱਛੇ ਜਾ ਰਹੇ ਨੇ ਉਹਨਾਂ ਤੋਂ ਆਨਸਰ ਲਏ ਜਾ ਰਹੇ ਨੇ। ਸਟੋਰੀ ਟੈਲਿੰਗ ਮੈਥਡ ਹੋ ਗਿਆ। ਪਿਕਚਰ ਡਿਸਕ੍ਰਿਪਸ਼ਨ ਮੈਥਡ ਹੋ ਗਿਆ, ਪਿਕਚਰ ਦਿਖਾ ਕੇ ਬੱਚਿਆਂ ਨੂੰ ਕੀ ਹੈਗਾ ਪੜ੍ਹਾਇਆ ਜਾ ਰਿਹਾ ਹੈਗਾ। ਪੋਇਮ ਰੈਸਾਈਟੇਸ਼ਨ ਹੋ ਗਿਆ, ਜਾਂ ਕੀ ਹੈਗਾ ਪੋਇਮਸ ਕੀ ਹੈ ਰਿਸਾਈਟ ਕਰਵਾਈਆਂ ਜਾ ਰਹੀਆਂ, ਪੋਇਮਸ ਬੁਲਾਈਆਂ ਜਾਂਦੀਆਂ ਨੇ। ਜਿਸ ਤਰ੍ਹਾਂ ਹੁਣ ਛੋਟੇ ਬੱਚਿਆਂ ਦੀਆਂ ਨਰਸਰੀ ਕਲਾਸਿਸ ਹੁੰਦੀਆਂ ਨੇਗੀਆਂ, ਤਾਂ ਉਹਨਾਂ ਦੇ ਵਿੱਚ ਪੋਇਮਸ ਬੁਲਾਈਆਂ ਜਾਂਦੀਆਂ, ਬੱਚੇ ਉੱਚੀ ਉੱਚੀ ਬੋਲਦੇ ਨੇ, ਤਾਂ ਉਹ ਕੀ ਉਹਨਾਂ ਦੀ ਡਰਿਲਿੰਗ ਹੋ ਰਹੀ ਹੈਗੀ, ਤਾਂ ਉਹ ਕੀ ਹੈਗਾ ਸਪੀਕਿੰਗ ਵੀ ਸਿੱਖ ਰਹੇ ਨੇ। ਹੁਣ ਇਹ ਤਾਂ ਹੈ ਨਹੀਂ ਕਿ ਨਰਸਰੀ ਕਲਾਸ ਦਾ ਬੱਚਾ ਗਾ ਉਹ 3-4 ਲਾਈਨਸ ਨੇਗੀਆਂ ਇੰਗਲਿਸ਼ ਦੀਆਂ ਪ੍ਰੋਪਰਲੀ ਬੋਲ ਪਾਉਂਦਾ ਗਾ, ਜਾਂ ਉਹਨੂੰ ਸਮਝ ਹੁੰਦੀ ਆ, ਕੋਈ ਮੀਨਿੰਗ ਤਾਂ ਉਹਨੂੰ ਸਮਝ ਨਹੀਂ ਹੁੰਦੀ, ਬਟ ਕੀ ਹੈ ਉਹ ਸਪੀਕਿੰਗ ਸਿੱਖ ਰਿਹਾ ਹੈਗਾ। ਤਾਂ ਉਹਨੂੰ ਸਪੀਕਿੰਗ ਸਿਖਾਇਆ ਤਾਂ ਮਤਲਬ ਕਿ ਪੋਇਮਸ ਦੇ ਥਰੂ ਸਿਖਾਇਆ ਜਾ ਰਿਹਾ ਹੈਗਾ। ਜਿਸ ਤਰ੍ਹਾਂ ਆਪਾਂ ਕਰਦੇ ਜੌਨੀ ਜੌਨੀ ਜੈਸ ਪਾਪਾ, ਤਾਂ ਬੱਚੇ ਨੂੰ ਉਹਦਾ ਮੀਨਿੰਗ ਨਹੀਂ ਪਤਾ, ਬਟ ਉਹ 4 ਲਾਈਨਸ ਨੂੰ ਕੀ ਹੈਗਾ ਚੰਗੀ ਤਰ੍ਹਾਂ ਨਾਲ ਕੀ ਬੋਲ ਪਾਉਂਦਾ ਗਾ, ਤਾਂ ਕੀ ਹੈਗਾ ਸਪੀਕਿੰਗ ਸਿਖਾਈ ਜਾ ਰਹੀ ਹੈ ਉਹਨੂੰ, ਓਕੇ। ਹਾਂਜੀ, ਅੱਜ ਆਪਣਾ ਇੰਨਾ ਹੀ ਸੀ, 2 ਸਕਿੱਲਸ ਹੋ ਗਈਆਂ। ਕੱਲ ਨੂੰ ਆਪਾਂ ਕੰਟੀਨਿਊ ਕਰਾਂਗੇ ਅਗਲੀਆਂ 2 ਸਕਿੱਲਸ। ਥੈਂਕ ਯੂ, ਮੈਨੂੰ ਹੋਪ ਹੈ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ ਅਤੇ ਸਮਝ ਵੀ ਵਧੀਆ ਆਇਆ ਹੋਵੇਗਾ। ਥੈਂਕ ਯੂ ਸੋ ਮੱਚ।